एक ओंकार एक अद्वितीय ब्रह्म ओंकार जो सर्वदा प्रकाशक है। सतगुर प्रसाद जो सतगुਰਾਂ ਦੀ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ। राम कली की वार सतगुरु जी राम कली राग विच तीजे पातशाह जी दी वार जो कथन करते हन। महला तीजा धन धन श्री गुरु अर्जन देव साहब जी महाराज इस वार दे विच जिन्नियां भी पौड़ियां आउणगियां सब तीजे पातशाह दी आउणगियां ते सलोक भी तीजे पातशाह जी दे करीब करीब आउणगे। इउं तीजे पातशाह धन श्री गुरु अमरदास साहब जी दी वार ये लिखवा रहे हन। योद्धा वीरा पूर्वाणी की तुनी ये जोधा अते वीरा दी जो वार बनाई है ढाडिया ने ते उन्होंने गा के गुरु हरगोबिंद साहब जी नूं सरवण कराई। वो तुहानूं सुन के श्री गुरु हरगोबिंद साहब जी ने ये धुनी चढ़ाई है कि जिस धुनी ते जिस तर्ज दे जोधा अते वीरा जिहड़े राजपूत भरा हुए हैं सो जिवें उन्हां दी वार गाई जाती है उस प्रकार ये रामकली दी वार गायन करनी है। साध संगत जीओ ये जो वार है पौड़ियां दा तीजे पातशाह दियां ने सलोक अते महले सांझे हन। जिहड़ा जोधा वीरा पूर्वाणी की धुनी गुरु साहब ने लिखाई है ये जोधा अते वीरा दोवें सके भरा सन। पूर्वाणी दे पुत्र अते जाति दे राजपूत सन। ये दोवें ही अकबर बादशाह दे वक्त होए हन। यह लखी जंगल दे धाड़वी सन। ये बड़े योधे सूरवीर होने करके किसी दी नहीं मनते सन। जिस वेले अमीर लोग काबुल के मेवे दियां डालियां या मामला अकबर बादशाह के पास दिल्ली भेजते सन तो ये दोनों भरा रस्ते दे विच ही खो लिया करते सन। एक दिन अकबर बादशाह ने अपने अहुदेदार मंत्रियों आदि कोलों पूछया कि काबुल दे लोग मेरे वास्ते मेवे दियां डालियां ते मामला भेजते ने जो मेरे तक नहीं पहुँचता। ऐसा केड़ा सूरमा है जो रस्ते विच ही लुट लैंदा है। अहुदेदार कहन लगा कि बादशाह जी रस्ते विच दो सूरमे जोधा ते वीरा हन। ये दोवें सूरमे अपनी सैना दे नाल ऐसा मुकाबला करते ने भावें 1000 आदमी होए उन्हां दे नाल जंग करके सारा कुछ ही लुट लैंदे ने। ये गल सुन के अकबर बादशाह ने 5000 फौज भेजी। 5000 दोवें भरावां ने 5000 फौज नूं भी जित लिया। फिर अकबर बादशाह बहुत सारी फौज खुद आप लैके चढ़ के आ गया। इन्हां दोनों सूरमियां ने इहो जिहा फौज नाल मुकाबला किया कि फौज इन्हां सूरमियां तो डरदी मारी भाजी गई। उस वेले अकबर बादशाह नूं डर पै गया कि सूरमे किते मैनू मारी ना कतन, मार के दिल्ली के बादशाह ही ना बन जान।
ਇਉਂ ਸੋਚ ਕੇ ਅਕਬਰ ਨੇ ਬੇਅੰਤ ਫੌਜ ਲਿਜਾ ਕੇ ਦੋਵੇਂ ਸੂਰਮਿਆਂ ਦੇ ਆਲੇ ਦੁਆਲੇ ਘੇਰਾ ਪਾ ਲਿਆ। ਉਸ ਵੇਲੇ ਦੋਵੇਂ ਹੀ ਸੂਰਮੇ ਫੌਜਾਂ ਨਾਲ ਯੁੱਧ ਕਰਦੇ ਹੋਏ ਸ਼ਹੀਦੀ ਪ੍ਰਾਪਤ ਕਰ ਗਏ, ਪਰ ਬਾਹਾਂ ਖੜੀਆਂ ਨਹੀਂ ਕੀਤੀਆਂ, ਈਨ ਨਹੀਂ ਮੰਨੀ। ਇਹਨਾਂ ਦੀ ਬਹਾਦਰੀ ਵੇਖ ਕੇ ਢਾਡੀਆਂ ਨੇ ਵਾਰ ਬਣਾਈ। ਉਸ ਵਾਰ ਦੀ ਪੌੜੀ ਫਿਰ ਢਾਡੀ ਅਬਦੁੱਲੇ ਅਤੇ ਨੱਥੇ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਥੱਲੇ ਖਲੋ ਕੇ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਸੁਣਾਈ। ਜੋਧ ਵੀਰ ਪੁਰਬਾਣੀਏ ਦੋ ਗੱਲਾਂ ਕਰੀ ਕਰਾਰੀਆਂ, ਫੌਜ ਚੜਾਈ ਬਾਦਸ਼ਾਹ ਅਕਬਰ ਨੇ ਭਾਰੀਆਂ, ਸਨਮੁਖ ਹੋਏ ਰਾਜਪੂਤ ਸੁਤਰੀ ਰਣਕਾਰੀਆਂ, ਤੂੰ ਮਿਆਨੋਂ ਕੱਢੀਆਂ ਬਿਜਲ ਜਿਉਂ ਚਮਕਾਰੀਆਂ, ਇੰਦਰ ਸਣਿਆ ਪਛਰਾ ਮਿਲ ਕਰਨ ਜੋ ਹਾਰੀਆਂ। ਇਹੀ ਕੀਤੀ ਜੋਧ ਵੀਰ ਪਾਤਸ਼ਾਹੀ ਗੱਲਾਂ ਸਾਰੀਆਂ। ਨੋਟ ਕਰਨਾ 2 ਤੇ 2 4 ਤੇ 2 6 ਇਹ 6 ਪੰਕਤੀਆਂ ਨੇ। ਇਹ ਪੌੜੀ ਸੁਣ ਕੇ ਛੇਵੇਂ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਮਨ ਬਹੁਤ ਪ੍ਰਸੰਨ ਹੋਇਆ ਅਤੇ ਉਸੇ ਵੇਲੇ ਭਾਈ ਗੁਰਦਾਸ ਸਾਹਿਬ ਜੀ ਦੇ ਪਾਸੋਂ ਇਹ ਧੁਨ ਰਾਮਕਲੀ ਦੀ ਵਾਰ ਦੇ ਪ੍ਰਾਰੰਭ ਦੇ ਵਿੱਚ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਲਿਖਵਾਈ ਅਤੇ ਰਾਗੀਆਂ ਨੂੰ ਢਾਡੀਆਂ ਨੂੰ ਹੁਕਮ ਦਿੱਤਾ ਕਿ ਯੋਧਾ ਤੇ ਵੀਰਾ ਦੀ ਵਾਰ ਦੇ ਥਾਂ ਉਸੇ ਧੁਨ ਦੇ ਵਿੱਚ ਰਾਮਕਲੀ ਵਾਰ ਦੀਆਂ ਪੌੜੀਆਂ ਗਾਇਨ ਕਰਿਆ ਕਰੋ। ਇਸ ਪ੍ਰਕਾਰ ਇਹ ਗੁਰੂ ਮਹਾਰਾਜ ਜੀ ਨੇ ਧੁਨੀ ਲਿਖਵਾਈ, ਜਿਹਦਾ ਅੰਤਰੀ ਭਾਵ ਲਈਏ ਜੋਧਾ ਵੀਰ ਹੈ ਪੂਰਬਾਣੀ ਕੀ ਧੁਨੀ। ਅੰਤਰੀ ਭਾਵ ਦੇ ਵਿੱਚ ਜੋਧਾ ਮਤਲਬ ਵਿਵੇਕ ਤੇ ਵੀਰਾ ਮਤਲਬ ਹੈ ਰਾਗ। ਇਉਂ ਮੋਹ ਰੂਪੀ ਰਾਜੇ ਨੂੰ ਜਿੱਤਣ ਵਾਲੇ ਵਿਵੇਕ ਅਤੇ ਵੈਰਾਗ ਦੋ ਸੂਰਮੇ ਨੇ। ਪੂਰਬ ਆਣੀ ਪੂਰਬ ਪਹਿਲਾ ਭਾਵ ਜਦੋਂ ਤੋਂ ਦੁਨੀਆ ਪੈਦਾ ਹੋਈ ਹੈ ਉਦੋਂ ਤੋਂ ਲੈ ਕੇ ਵਿਵੇਕ ਅਤੇ ਵੈਰਾਗ ਦਾ ਮੋਹ ਰੂਪੀ ਰਾਜੇ ਨਾਲ ਜੰਗ ਹੁੰਦਾ ਆਇਆ ਹੈ। ਕਦੇ ਆਸੁਰੀ ਸੰਪਦਾ ਦੇਵੀ ਸੰਪਦਾ ਤੋਂ ਜਿੱਤ ਜਾਂਦੀ ਹੈ, ਕਦੇ ਦੇਵੀ ਸੰਪਦਾ ਆਸੁਰੀ ਸੰਪਦਾ ਤੋਂ ਜਿੱਤ ਜਾਂਦੀ ਹੈ। ਇਸ ਤਰ੍ਹਾਂ ਦੇ ਜੋਧਾ ਤੇ ਵੀਰਾ ਦੀ ਧੁਨੀ ਅਨੁਸਾਰ ਜਿਵੇਂ ਕਲਗੀਧਰ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਸ੍ਰੀ ਦਸਮ ਗ੍ਰੰਥ ਦੇ ਮੱਧ ਦੇ ਵਿੱਚ ਕਰੀਬ ਜਿਹੜੀ ਬਾਣੀ ਲਿਖੀ ਹੈ ਉਹਦੇ 'ਚ ਮੋਹ ਸੈਨਾਪਤੀ ਲਿਖਿਆ ਤੇ ਆਸੁਰੀ ਸੰਪਦਾ ਦੀ ਫੌਜ ਲਿਖੀ ਹੈ। ਇਧਰ ਜਿਹੜਾ ਵੈਰਾਗ ਹੈ ਇਹਨੂੰ ਸੈਨਾਪਤੀ ਲਿਖਿਆ ਹੈ ਵਿਵੇਕ ਨੂੰ, ਤੇ ਵੈਰਾਗ ਸਤ ਸੰਦੋਖ ਆਦਿਕ ਇਹਦੀ ਜੋ ਦੇਵੀ ਸੰਪਦਾ ਦੀ ਫੌਜ ਹੈ ਇਹ ਮਹਾਰਾਜ ਨੇ ਜੰਗ ਦਾ ਵਰਣਨ ਕੀਤਾ ਹੈ। ਇੰਜ ਅੰਤਰੀ ਭਾਵ ਵੀ ਘਟਦਾ ਹੈ। ਸੋ ਇਹਦੇ ਅਨੁਸਾਰ ਸਤਿਗੁਰੂ ਜੀ ਮੋਹ ਤੇ ਵੈਰਾਗ ਵਿਵੇਕ ਦਾ ਜੰਗ ਲਿਖ ਰਹੇ ਨੇ। ਸੋ ਸਭ ਤੋਂ ਪਹਿਲਾਂ ਇੱਕ ਓੰਕਾਰ ਸਤਿਗੁਰ ਪ੍ਰਸਾਦ ਮੰਗਲ ਕੀਤਾ ਹੈ। ਮੰਗਲ ਤੋਂ ਬਾਅਦ ਇਸ ਲੇਖ ਵਾਲੀ ਪੌੜੀ ਉਚਾਰੀ ਹੈ ਕਿ ਰਾਮਕਲੀ ਦੀ ਵਾਰ ਤੀਜੇ ਪਾਤਸ਼ਾਹ ਜੀ ਦੀ ਤੇ ਪੌੜੀਆਂ ਸਾਰੀਆਂ ਸਤਿਗੁਰੂ ਤੀਜੇ ਦੀਆਂ ਮਹੱਲੇ ਤੇ ਸ਼ਲੋਕ ਸਾਂਝੇ। ਉਸ ਤੋਂ ਬਾਅਦ ਇਹ ਧੁਨੀ ਲਿਖਵਾਈ ਹੈ। आओ प्यार नाल सुनो जी। सलोक महला तीजा। भले अमरदास गुण तेरे तेरी उपमा तो ही बन आवे। तीजे पातशाह गुरु अमरदास साहब जी श्लोक उच्चारण कर रहे हैं। सतगुर सजदा खेता है पूरे
सतगुरु साहिब जी ज्ञान शांति सुख आदि शुभ गुणों का खेत हन। जिसनो लाए पाओ, जिसनों सतगुरु साहिब जी प्रभु दे नाम की प्राप्ति का प्रेम लाउंदे हन, उसनों ज्ञान शांति आदि गुणों की प्राप्ति हुंदी है। अते नाओ बीजे नाओ उगवै, पहला नाम का सरवण करन बीज बीजदा है। जिन्हों सतगुरु जी ज्ञान शांति आदि गुण दिंदे ने, वो पहला आपदे हिरदे रूपी धरती दे विच नाम का सरवण करन रूपी बीज बीजदा, फिर हिरदे अंदर मनन करन रूपी वाहिगुरु नाम उगदा है। मतलब अजपा जाप की धुनी पैदा हुंदी है। अजपा जाप ना विसरै आद जुगाद समाए, नामे रह समाए। हर फिर वाहिगुरु नाम का निध्यासन करके हर वक्त नाम दे विच समाया रहिंदा है। सो कबीर तू करता तू हुआ, मुझ में रहा ना हूँ। जब आपा बरखा मिट गया, जत देखो तत तू। इस भाव दे विच वो नाम दे विच ही समाया रहिंदा। इसे प्रकार नाओ बीजे नाओ उगवै, ये सतगुरु जी सानू की हुक्म है। तो महाराज फरमाउंदे ने, नाम बीज संतोख सुहागा। हे गुरमुखा, वाहिगुरु नाम का बीज बीज ते संतोख का सुहागा मार। श्री गुरु नानक देव महाराज जी ने आप आज्ञा की है। मन हली किरसानी करनी, मन नू हल बाउण वाला हाली किरसान बना। ते जिहड़ी शुभ कर्मां दी करनी है, निष्काम कर्मां दी, ये किरसानी खेती कर। सरम पानी जो औगणा वल्लों विकारां वल्लों शर्म करनी है। आपदे वड्डियां दी शर्म करके चुप रहना है। वड्डिया के बोलना ही, सो ये बहुत वड्डा औगण है। जिहड़ा उन्हां दी शर्म करके भी वो जने जे कुछ कह दिता तो सातों वड्डे ने जिहड़ा चुप रहना तो नीवी रखनी। ये पानी ला या वड्डियां दी शर्म करके काम क्रोध तो बच के रहना, कोई गलती ना करनी कि साड़ी गलती दा लामा वड्डियां नूं जावेगा। जिहड़ी काम वल्लों शर्म करनी है, ये पानी ला या शर्म वैराग धारण करन रूपी पानी ला। तन खेत शरीर नूं धरती खेत समझ। नाम बीज, इहदे विच वाहिगुरु नाम का बीज बीज संतोख सुहागा। संतोख दा ते सुहागा मार। नाम भी संतोख सुहागा रख गरीबी वेश। जिहड़ा उपर गरीबी लिबास रखना है, ये रखवाला बना। पाओ कर्म कर जमसी, जिहड़ा प्रेम दे सहद निष्काम कर्म करने ने, यह खेती का जमाओ है। पाओ कर्म कर जमसी, से कर भागड़ देख। जिहड़े इस तरह की खेती करते हैं, वो जिहड़े हिरदे रूपी घर हैं, संतां दे हिरदे रूपी घर, वो शाहूकार दिखते हैं। भाग ठड़े हर संत तुम्हारे, जिन घर तन हर नामा। परवान गणी से ये आए, सफल तिना के कामा। मेरे राम हर जन गए हों बल जाई, केसा का कर चबर टुलावा, चरण तोड़ मुख लाई। इयों ये खेती का प्रकार सतगुरु नानक देव जी ने सोठ राग के आरंभ वाले शब्द विच दस्सिया।
ਮਲਾਰ ਦੀ ਵਾਰ ਵਿੱਚ ਵੀ ਐਸੇ ਬਚਨ ਨੇ, ਕਾਮ ਕ੍ਰੋਧ ਦੋਏ ਕਰੋ ਬਸੋਲੇ, ਗੋਡੋ ਧਰਤੀ ਭਾਈ। ਸੋ ਇਸ ਤਰ੍ਹਾਂ ਮਹਾਰਾਜ ਨੇ ਉੱਥੇ ਵੀ ਆਗਿਆ ਕੀਤੀ ਹੈ, ਕਾਹੇ ਕਲਰਾ ਸਿੰਚੋ ਜਨਮ ਗਵਾਵੋ। ਇਹ ਭਾਈ ਤੁਸੀਂ ਵਿਸ਼ਿਆਂ ਦੇ ਕਲਰ ਨੂੰ ਕੀ ਸਿੰਜ ਰਹੇ ਹੋ, ਆਪ ਦੇ ਮਨੁੱਖਾ ਜਨਮ ਨੂੰ ਗਵਾ ਰਹੇ ਹੋ। ਕਾਚੀ ਟੈਕ ਦੁਆਲ ਕਾਹੇ ਗਚ ਲਾਵੋ, ਜਿਹੜੀ ਕੱਚੀ ਇਹ ਦੇਹ ਢਹਿ ਜਾਣੀ ਹੈ, ਕਾਹਦੇ ਵਾਸਤੇ ਤੁਸੀਂ ਗੱਚ ਚੂਨਾ ਲਾ ਰਹੇ ਹੋ, ਢਹਿ ਤੇ ਜਾਣੀ ਹੋਈ ਹੈ। ਇਹਦੇ ਵਿੱਚ ਸ਼ੁਭ ਗੁਣਾਂ ਦੀ ਨਾਮ ਦੀ ਖੇਤੀ ਬੀਜੋ, ਕਾਮ ਦੇ ਕ੍ਰੋਧ ਨੂੰ ਬਲਦ ਬਣਾਓ ਤੇ ਚੰਗੀ ਤਰ੍ਹਾਂ ਗੋੜ ਕੇ ਔਗਣਾਂ ਨੂੰ ਬਾਹਰ ਕੱਢੋ। ਇਉਂ ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇਹ ਬੀਜਣ ਦਾ ਪ੍ਰਕਾਰ ਦੱਸਿਆ। ਪਿਆਰ ਨਾਲ ਫਿਰ ਸੁਣੋ। ਨਾਉ ਬੀਜੇ ਨਾਉ ਉਗਵੈ, ਨਾਮ ਦੀ ਪ੍ਰਾਪਤੀ ਲਈ ਪਹਿਲਾਂ ਸ਼ਰਧਾ ਰੂ ਬੀਜ ਨੂੰ ਬੀਜੇ, ਤਾਂ ਹੀ ਹਿਰਦੇ ਅੰਦਰ ਵਾਹਿਗੁਰੂ ਨਾਮ ਉਗਦਾ, ਪਾਪ ਪ੍ਰਗਟ ਹੁੰਦਾ ਹੈ। ਨਾਮੇ ਰਹਿ ਸਮਾਏ, ਉਹ ਫਿਰ ਵਾਹਿਗੁਰੂ ਨਾਮ ਦੇ ਵਿੱਚ ਹੀ ਸਮਾਇਆ ਰਹਿੰਦਾ ਹੈ। ਇਸੇ ਪ੍ਰਕਾਰ ਨਾਉ ਬੀਜੇ ਨਾਉ ਉਗਵੈ, ਨਿਸ਼ਕਾਮ ਕਰਮ ਕਰਨਾ ਇਹ ਨਾਮ ਦਾ ਬੀਜਣਾ ਹੈ, ਉਪਾਸਨਾ ਕਰਨੀ ਨਾਮ ਦਾ ਉਗਣਾ ਹੈ। ਨਾਮੇ ਰਹਿ ਸਮਾਏ, ਅਤੇ ਬ੍ਰਹਮ ਗਿਆਨ ਸਖਿਆਤਤਾ ਹੋਣੀ ਵਾਹਿਗੁਰੂ ਨਾਮ ਦੇ ਵਿੱਚ ਸਮਾਈ ਰਹਿਣਾ ਹੈ। ਹਉਮੈ ਹੋ ਬੀਜ ਹੈ, ਜਿਹੜਾ ਇਹ ਸੰਸਾਰ ਦੇ ਜੀਵਾਂ ਨੇ ਦੇਹ ਦੀ ਹਉਮੈ ਦਾ ਬੀਜ ਬੀਜਿਆ ਹੋਇਆ ਹੈ। ਸੈਸਾ ਗਿਆ ਬਿਵਲਾਏ, ਇਹ ਦੇਹ ਦੀ ਹੰਤਾ ਅਤੇ ਪ੍ਰਮਾਣਗਤ ਪਰਮੇਗਤ ਸੰਸਾਰ ਉਸ ਦੇ ਹਿਰਦੇ ਵਿੱਚੋਂ ਨਾਮ ਰੂਪੀ ਬੀਜ ਦੇ ਕਰਕੇ ਮਿਲਾ ਗਿਆ, ਛੁਪ ਗਿਆ, ਦੂਰ ਹੋ ਗਿਆ ਹੈ। ਨਾ ਕਿਛ ਬੀਜੇ ਨਾ ਉਗਵੈ, ਗੁਰਮੁਖ ਜਨ ਹਉਮੈ ਦੇ ਸੰਯੁਕਤ ਨਾ ਕੋਈ ਸਕਾਮ ਕਰਮ ਰੂਪੀ ਬੀਜ ਬੀਜਦਾ, ਨਾ ਹੀ ਉਸ ਨੂੰ ਨਰਕ ਸੁਰਗ ਆਦਿ ਦਾ ਦੁੱਖ ਸੁੱਖ ਉਤਪਨ ਹੁੰਦਾ ਹੈ। ਜੋ ਬਖਸ਼ੇ ਸੋ ਖਾਏ, ਉਹ ਤਾਂ ਪਰਮੇਸ਼ਰ ਦੇ ਨਾਮ ਦੇ ਜਾਚਕ ਨੇ, ਜੋ ਵਾਹਿਗੁਰੂ ਨਾਮ ਦੁਆਰਾ ਬ੍ਰਹਮਾਨੰਦ ਰੂਪੀ ਰਸ ਨੂੰ ਬਖਸ਼ਦਾ ਹੈ, ਉਸੇ ਨੂੰ ਹੀ ਖਾਂਦਾ ਹੈ, ਉਸੇ ਨੂੰ ਹੀ ਭੋਗਦਾ ਹੈ। ਅੰਬੈ ਸੇਤੀ ਅੰਬਰ ਲਿਆ, ਜਿਵੇਂ ਜਲ ਦੇ ਨਾਲ ਜਲ ਮਿਲ ਜਾਂਦਾ ਹੈ, ਪੌੜ ਨਾ ਨਿਕਸਿਆ ਜਾਏ, ਉਹ ਜਿਹੜਾ ਜਲ ਹੈ ਫਿਰ ਵੱਖਰਾ ਨਹੀਂ ਕੱਢਿਆ ਜਾਂਦਾ। ਜਿਉਂ ਜਲ ਮੈਂ ਹੈ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ, ਮਿਟ ਗਈ ਗਵਨ ਪਾਈ ਬਿਸਰਾਮ, ਨਾਨਕ ਪ੍ਰਭ ਕੈ ਸਦ ਕੁਰਬਾਨ। ਬਹੁੜ ਨ ਨਿਕਸਿਆ ਜਾਏ, ਇਸੇ ਪ੍ਰਕਾਰ ਆਤਮਿਕ ਸਰੂਪ ਰੂਪੀ ਜਲ ਨਾਲ ਤੁੰਗ ਪਦ ਅਲਾਖਰ ਤੁਰਪ ਜਲ ਜਦ ਮਿਲ ਜਾਂਦਾ, ਜੋ ਫਿਰ ਵੱਖਰਾ ਨਹੀਂ ਕੱਢਿਆ ਜਾਂਦਾ। ਭਾਵ ਪਰਤਕ ਚੇਤਨ ਤੋਂ ਅਦਵੈਤ ਆਨੰਦ ਵਿੱਚ ਏਕਤਾ ਪਾ ਕੇ ਵੱਖਰਾ ਨਹੀਂ ਹੋਇਆ ਜਾਂਦਾ। ਨਾਨਕ ਗੁਰਮੁਖ ਚਲਤ ਹੈ, ਸਤਿਗੁਰੂ ਅਮਰਦਾਸ ਸਾਹਿਬ ਜੀ ਕਥਨ ਕਰਦੇ ਨੇ ਕਿ ਗੁਰਮੁਖਾਂ ਨੇ ਜਾਣਿਆ ਕਿ ਸੰਸਾਰ ਚਲਿੱਤਰ ਰੂਪ ਹੈ, ਇਹ ਕੌਤਕ ਰੂਪ ਹੈ। ਇਸੇ ਪ੍ਰਕਾਰ ਨਾਨਕ ਗੁਰਮੁਖ ਚਲਤ ਹੈ, ਗੁਰਮੁਖਾਂ ਨੇ ਸਮਝਿਆ ਕਿ ਇੱਕ ਪਾਸੇ ਤਾਂ ਨਾਮ ਅਤੇ ਰੂਪ ਪ੍ਰਤੀਤ ਹੋ ਰਿਹਾ ਹੈ, ਤੇ ਦੂਸਰੇ ਪਾਸੇ ਸੱਚਿਦਾਨੰਦ ਸਰੂਪ ਹੈ। ਇਹ ਪਰਮੇਸ਼ਰ ਦਾ ਇੱਕ ਕੌਤਕ ਹੈ। ਭਾਵ ਦੁਨੀਆ ਦੇ ਨਾਮ ਅਤੇ ਰੂਪ ਚਲਾਏਮਾਨ ਹਨ, ਤੇ ਪਰਮੇਸ਼ਰ ਸੱਚਿਦਾਨੰਦ ਸਰੂਪ ਹੋਣ ਕਰਕੇ
अचल स्वरूप है। ਵੇਖੋ ਲੋਕਾਂ ਆਏ हे लोको, हे जग्यासु जनो, गुरु साहब जी की संगत विच आके अपने अनुभव द्वारा ये आनंद नूं वेखना करो। इसे प्रकार ਨਾਨਕ ਗੁਰਮੁਖ ਚਲਤ ਹੈ। ਸਹਿ ਫਰਮਾਉਂਦੇ ਨੇ ਕਿ ਜੋ ਗੁਰਮੁਖ ਜਨਨ ਦਾ ਭਗਤੀ ਰੂਪ ਕੌਤਕ ਹੈ। ਵੇਖੋ ਲੋਕਾਂ ਆਏ ਇਹ ਲੋਕੋ, ਇਸ ਨੂੰ ਆ ਕੇ ਵੇਖਣਾ ਕਰੋ। ਲੋਕਾ ਕੇ ਵੇਖੈ ਬਪੜਾ ਪਰ ਅਗਿਆਨੀ ਜਿਹੜੇ ਲੋਕ ਜੀਵ ਨੇ, ਇਹ ਵਿਚਾਰੇ ਕੀ ਇਸ ਆਨੰਦ ਨੂੰ ਵੇਖ ਸਕਦੇ ਨੇ। ਜਸਨੋ ਸੋਚੀ ਨਾਹੀ ਜਿਨ੍ਹਾਂ ਨੂੰ ਸਰੂਪ ਦੀ ਗਿਆਤ ਹੀ ਨਹੀਂ ਹੈ। ਵਿਣ ਗਾਹਕ ਗੁਣ ਵੇਚੀਐ ਤੋ ਗੁਣ ਸਹਿ ਹੋ ਜਾਏ। ਗੁਣ ਕਾ ਗਾਹਕ ਜੇ ਲਏ, ਜੇ ਮਿਲੇ ਤੋ ਗੁਣ ਲਾਖ ਵਿਕਾਏ। ਇਸ ਗੁਣ ਦਾ ਕੋਈ ਗਾਹਕ ਹੀ ਨਹੀਂ ਹੈ। ਸਰੂਪ ਦਾ ਇਹ ਨਾਲ ਕੀ ਮਤਲਬ? ਸਾਨੂੰ ਤਾਂ ਦੁਨਿਆਵੀ ਚੀਜ਼ਾਂ ਵਸਤੂਆਂ ਚਾਹੀਦੀਆਂ ਨੇ। ਸਾਡੀਆਂ ਅਰਦਾਸਾਂ ਪੂਰੀਆਂ ਹੋ ਜਾਣ ਤੇ ਵਾਹ ਭਲੇ। ਜੈਸਾ ਵੇਖਾਲੇ ਸੋ ਵੇਖੈ ਜਿਸ ਨੂੰ ਸਤਿਗੁਰੂ ਸਾਹਿਬ ਆਪ ਕਿਰਪਾ ਕਰਕੇ ਵਿਖਾਲਦੇ ਨੇ, ਉਹੀ ਸੱਚ ਸਰੂਪ ਨੂੰ ਵੇਖਦਾ ਹੈ। ਜਿਸ ਵਸਿਆ ਮਨ ਮਹੇ ਪਰ ਜਿਸ ਦੇ ਹਿਰਦੇ ਵਿੱਚ ਗੁਰੂ ਉਪਦੇਸ਼ ਦੁਆਰਾ ਵਾਹਿਗੁਰੂ ਨਾਮ ਮਨ ਵਿੱਚ ਵਸਿਆ, ਉਸੇ ਨੂੰ ਹੀ ਜੋਤੀ ਸਰੂਪ ਦੇ ਦਰਸ਼ਨ ਹੁੰਦੇ ਹਨ। ਮਹੱਲਾ ਤੀਜਾ। ਤੀਜੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਫਰਮਾਨ ਕਰਦੇ ਨੇ, ਮਨ ਮੁਖ ਦੁਖ ਕਾ ਖੇਤ ਹੈ। ਮਨਮਤ ਨੂੰ ਧਾਰਨ ਕਰਨ ਵਾਲਾ ਮਨੁੱਖ ਦੁੱਖ ਦਾ ਖੇਤ ਹੈ। ਦੁੱਖਾ ਬੀਜੇ ਦੁੱਖਾ ਖਾਏ ਕਿਉਂਕਿ ਉਹ ਕਿਸੇ ਨੂੰ ਦੁੱਖ ਦੇਣ ਨੂੰ ਬੀਜ ਨੂੰ ਬੀਜਦਾ ਤੇ ਫਿਰ ਉਸ ਦਾ ਫਲ ਦੁੱਖ ਹੀ ਖਾਂਦਾ ਹੈ, ਦੁੱਖ ਹੀ ਭੋਗਦਾ ਹੈ। ਦੁੱਖ ਵਿੱਚ ਜੰਮੈ ਦੁੱਖ ਮਰੈ ਉਹ ਦੁੱਖ ਦੇ ਵਿੱਚ ਹੀ ਜੰਮਦਾ। ਭਾਵ ਮਾਤਾ ਦੇ ਗਰਭ ਦੇ ਵਿੱਚ ਉਲਟਦਾ ਲਮਕਦਾ ਹੋਇਆ ਦੁੱਖ ਭੋਗਦਾ ਹੈ। ਜਦ ਮੌਤ ਆਉਂਦੀ ਹੈ ਉਦੋਂ ਵੀ ਅਤਿਅੰਤ ਦੁੱਖ ਦੇ ਵਿੱਚ ਹੀ ਮਰਦਾ ਹੈ। ਮੈਂ ਕਰਤਾ ਵਿਹਾਏ ਇੰਜ ਹੰਗਤਾ ਕਰਦਿਆਂ ਹੋਇਆਂ ਮਨਮੁਖ ਪੁਰਖ ਦੀ ਸਾਰੀ ਉਮਰ ਵਿਅਰਥੀ ਬੀਤ ਜਾਂਦੀ, ਗੁਜ਼ਰ ਜਾਂਦੀ ਹੈ। ਆਵਣ ਜਾਣ ਨਾ ਸੁਝਾਈ ਸੋ ਇਸ ਕਰਕੇ ਉਹਨੂੰ ਆਉਣ ਜਾਣ ਦੇ ਗੇੜ ਵਿੱਚ ਪਏ ਨੂੰ ਕੁਝ ਵੀ ਪਰਮਾਰਥ ਵਾਲਾ ਮਾਰਗ ਦਿਖਦਾ ਨਹੀਂ, ਸਰੂਪ ਦੀ ਸਮਝ ਨਹੀਂ ਹੁੰਦੀ। ਅੰਧਾ ਅੰਧ ਕਮਾਏ ਕਿਉਂਕਿ ਅੰਨਾ ਜੂ ਹੈ, ਅਗਿਆਨੀ ਜੂ ਹੈ। ਇਹ ਜੀਵ ਅਗਿਆਨ ਪੁਣੇ ਵਿੱਚ ਅੰਧਤਾਈ ਵਾਲੇ ਕਰਮਾਂ ਨੂੰ ਕਮਾਉਂਦਾ ਰਹਿੰਦਾ ਹੈ। ਇਸ ਕਰਕੇ ਜਮਨ ਮਨ ਦਾ ਜਿਹੜਾ ਗੀੜਾ ਹੈ, ਇਹਦੇ 'ਚ ਪਏ ਨੂੰ ਕੁਝ ਵੀ ਪਰਮਾਰਥ ਵਾਲਾ ਮਾਰਗ ਦੇਖਦਾ ਨਹੀਂ, ਸਰੂਪ ਦੀ ਸਮਝ ਨਹੀਂ ਹੈ। ਜੋ ਦੇਵੈ ਤਿਸੈ ਨਾ ਜਾਣਈ ਜੋ ਵਾਹਿਗੁਰੂ ਦਾਤਾ ਦਿੰਦਾ ਹੈ ਉਸ ਨੂੰ ਜਾਣਦਾ ਹੀ ਨਹੀਂ ਹੈ। ਤੇ ਕੌਣ ਲਪਟਾਏ ਹਰ ਵਕਤ ਉਹਦੇ ਦਿੱਤੇ ਪਦਾਰਥਾਂ ਨੂੰ ਭੋਗਣ ਦੇ ਵਿੱਚ ਹੀ ਲਪਟਿਆ ਰਹਿੰਦਾ, ਫਸਿਆ ਰਹਿੰਦਾ ਹੈ। ਦਾਤ ਪਿਆਰੀ ਵਿਸਰਿਆ ਦਾਤਾਰਾ। ਰੱਬ ਨੇ ਘਰ ਦਿੱਤਾ, ਬੈੱਡਰੂਮ ਦਿੱਤਾ ਵੀ ਰਾਤ ਆਰਾਮ ਕਰੋ, ਪਰ ਅੰਮ੍ਰਿਤ ਵੇਲੇ ਤਾਂ ਉੱਠ ਕੇ ਗੁਰਦੁਆਰੇ ਆਓ ਭਾਈ। ਜੇ ਗੱਡੀਆਂ ਮੋਟਰਾਂ ਕਾਰਾਂ ਦਿੱਤੀਆਂ ਨੇ ਤਾਂ ਵੀ ਗੁਰੂ ਘਰ ਦੀ ਯਾਤਰਾ ਕਰਕੇ ਇਹਨੂੰ ਸਫਲ ਕਰੋ। ਜੇ ਧੀਆਂ ਪੁੱਤ ਦਿੱਤੇ ਨੇ ਤੇ ਦਿਨ ਰਾਤ ਉਹਨਾਂ ਨੂੰ ਚੁੰਮਦਿਆਂ ਚਾੜਦੇ ਨਾ ਬਤੀਤ ਕਰ ਦਿਓ। ਕੁਝ ਰੱਬ ਦਾ ਨਾਮ ਵੀ ਲਓ, ਵੱਖਰੇ ਹੋ ਕੇ ਗੁਟਕਾ ਸਾਹਿਬ ਵੀ ਪੜੋ, ਨਿਤਨੇਮ ਵੀ ਕਰੋ। ਜਿੰਨੇ ਸਾਨੂੰ ਸਵਾਸ ਦਿੱਤੇ ਨੇ, ਆ ਵੇਖੋ ਦੁਨੀਆ ਆਕਸੀਜਨ ਕੁਰਲਾ ਰਹੀ ਹੈ। ਇਹ ਰੱਬ ਦੀ ਕਿੱਡੀ ਖੁੱਲੀ ਦਾਤ ਹੈ ਜੋ ਖੁੱਲੇ ਵਿੱਚ ਸਾਨੂੰ ਫਰੀ 'ਚ ਆਕਸੀਜਨ ਮਿਲੀ ਹੋਈ ਹੈ।
ਸੋ ਉਸ ਵਾਹਿਗੁਰੂ ਨੂੰ ਜਾਣਨਾ ਚਾਹੀਦਾ ਹੈ। ਜੇ ਪ੍ਰਸਾਦ ਬਸੈ ਸੁਖ ਮੰਦਰ, ਤਿਸੈ ਧਿਆਈ ਸਦਾ ਮਨ ਅੰਦਰ। ਜੇ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ, ਆਠ ਪੈਰ ਸਿਮਰੋ ਤਿਸ ਰਸਨਾ। ਜੇ ਪ੍ਰਸਾਦ ਰੰਗ ਰਸ ਭੋਗ, ਨਾਨਕ ਸਦਾ ਧਿਆਈਐ ਧਿਆਵਣ ਜੋਗ। ਪਰ ਦਿੱਤੇ ਨੂੰ ਲਪਟੇ ਹੋਏ ਆ, ਤੇ ਜਿਹੜਾ ਦਾਤਾਰ ਦੇਣ ਵਾਲਾ ਉਹ ਭੁੱਲਿਆ ਹੋਇਆ ਹੈ। ਦਾਤ ਪਿਆਰੀ ਵਿਸਰਿਆ ਦਾਤਾਰਾ, ਜਾਣਿਆ ਨਾਹੀ ਮਰਨ ਵਿਚਾਰਾ। ਵਸਤ ਪਰਾਈ ਕੋਠ ਰੋਵੈ, ਕਰਮ ਧਰਮ ਸਗਲਾ ਹੀ ਖੋਵੈ। ਤੇ ਇਉਂ ਪਾਪ ਕਰੇ ਤਾਂ ਪਛੋਤਾਣੇ, ਇਸ ਤਰ੍ਹਾਂ ਪਾਪ ਕਰਮ ਕਰ ਰਿਹਾ ਹੈ। ਨਾਨਕ ਪੂਰਬ ਲਿਖਿਆ ਕਮਾਵਣਾ। ਸਤਿਗੁਰੂ ਅਮਰਦਾਸ ਸਾਹਿਬ ਜੀ ਫਰਮਾਉਂਦੇ ਨੇ ਕਿ ਜੀਵ ਵਿਚਾਰੇ ਕੀ ਕਰਨ, ਇਹਨਾਂ ਦੇ ਹੱਥ 'ਚ ਹੈ ਹੀ ਕੁਛ ਨਹੀਂ। ਪੂਰਬਲੇ ਮੱਥੇ ਤੇ ਲੇਖ ਲਿਖੀ ਜਾਂਦੇ, ਸੰਸਕਾਰ ਅਨੁਸਾਰ ਜੀਵ ਕਰਮਾਂ ਨੂੰ ਕਮਾਉਂਦਾ ਹੈ। ਅਵਰਨ ਕਰਨ ਜਾਏ। ਉਸ ਤੋਂ ਇਲਾਵਾ ਵਾਸ਼ਰਨ ਦੇ ਵਧੇ ਜੀ ਪਾਸੋਂ ਹੋਰ ਕੁਝ ਵੀ ਕੀਤਾ ਨਹੀਂ ਜਾ ਸਕਦਾ। ਮਹੱਲਾ ਤੀਜਾ। ਤੀਜੇ ਪਾਤਸ਼ਾਹ ਸਤਿਗੁਰੂ ਅਮਰਦਾਸ ਸਾਹਿਬ ਜੀ ਫਰਮਾਉਂਦੇ ਨੇ, ਸਤਿਗੁਰ ਮਿਲਿਆ ਸਦਾ ਸੋਖਾ। ਪੂਰੇ ਸਤਿਗੁਰਾਂ ਦੇ ਨਾਲ ਮਿਲਣੇ ਕਰਕੇ ਹਮੇਸ਼ਾ ਰਹਿਣ ਵਾਲਾ ਆਤਮਿਕ ਆਨੰਦ ਪ੍ਰਾਪਤ ਹੁੰਦਾ ਹੈ। ਜਿਸਨੂੰ ਆਪੇ ਮਿਲੇ ਸੋਏ। ਪਰ ਜਿਸ ਨੂੰ ਆਪ ਪਰਮੇਸ਼ਰ ਗੁਰਾਂ ਨਾਲ ਮਿਲਦਾ ਹੈ, ਉਹੀ ਗੁਰਾਂ ਨੂੰ ਮਿਲਦਾ ਹੈ। ਇਸੇ ਪ੍ਰਕਾਰ ਜਿਸਨੂੰ ਆਪੇ ਮਿਲੇ ਸੋਏ। ਜਿਸ ਨੂੰ ਸਤਿਗੁਰੂ ਜੀ ਆਪਣੇ ਸਰੂਪ ਨਾਲ ਮੇਲ ਲੈਂਦੇ, ਉਹ ਪੁਰਖ ਮਿਲਦੇ ਹਨ। ਸੁਖਾਇ ਹੋ ਬਵੇਗ ਹੈ। ਜੀਵ ਈਸ਼ ਦੀ ਏਕਤਾ ਦੇ ਸੁਖ ਦਾ ਅਸਲੀ ਵਿਚਾਰ ਇਹੀ ਹੈ ਕਿ ਅੰਤਰ ਨਿਰਮਲ ਹੋਏ। ਅੰਦਰੋਂ ਮਨ ਉਜਲ ਹੋ ਜਾਂਦਾ ਹੈ। ਇਸੇ ਪ੍ਰਕਾਰ ਸੁਖਾਇ ਹੋ ਬਵੇਗ ਹੈ। ਇਹੀ ਜੀਵ ਈਸ਼ ਦੀ ਏਕਤਾ ਦੇ ਸੁਖ ਜਾਂ ਆਤਮਿਕ ਸੁਖ ਆਨੰਦੀ ਪ੍ਰਾਪਤੀ ਦਾ ਵਿਚਾਰ ਹੈ ਕਿ ਅੰਤਰ ਨਿਰਮਲ ਹੋਏ। ਜੋ ਹਿਰਦੇ ਦੇ ਅੰਦਰੋਂ ਮਲ ਵਖੇਬ ਤੋਂ ਰਹਿਤ ਹੋਣਾ ਹੈ। ਅਗਿਆਨ ਕਾ ਭ੍ਰਮ ਕੱਟਿਆ। ਜੋ ਅਗਿਆਨ ਕਰਕੇ ਸੰਸਾਰ ਦਾ ਭੇਦ ਭਰਮ ਕਰਤਾਤ ਪਰਮਾਦਿਕ ਪ੍ਰਤੀਤ ਹੋ ਰਿਹਾ ਸੀ, ਉਹ ਕੱਟਿਆ ਜਾਂਦਾ ਹੈ। ਗਿਆਨ ਪ੍ਰਾਪਤ ਹੋਏ। ਪਰ ਬ੍ਰਹਮ ਗਿਆਨ ਪ੍ਰਾਪਤ ਹੁੰਦਾ ਜਾਂ ਗਿਆਨ ਸਰੂਪ ਦੀ ਪ੍ਰਾਪਤੀ ਹੁੰਦੀ ਹੈ। ਨਾਨਕੇ ਕੋ ਨਦਰੀ ਆਇਆ। ਸਤਿਗੁਰੂ ਸਾਹਿਬ ਜੀ ਕਦਰ ਕਰਦੇ ਨੇ ਕਿ ਗਿਆਨ ਸਰੂਪ ਦੀ ਪ੍ਰਾਪਤੀ ਵਾਲੇ ਪੁਰਖ ਨੂੰ ਇੱਕੋ ਪਰਮੇਸ਼ਰ ਹੀ ਦ੍ਰਿਸ਼ਟੀ ਆਇਆ ਹੈ। ਜਾਂ ਦੇਖਾਂ ਤਹ ਸੋਏ। ਉਹ ਜਿੱਥੇ ਵੀ ਵੇਖਦਾ ਉੱਥੇ ਹੀ ਉਹ ਪਰਮੇਸ਼ਰ ਵਿਆਪਕ ਦਿਖਦਾ। ਐਸੀ ਅਵਸਥਾ ਪ੍ਰਾਪਤ ਹੋ ਜਾਂਦੀ ਹੈ। ਪੌੜੀ। ਤੀਜੇ ਪਾਤਸ਼ਾਹ ਸਤਿਗੁਰੂ ਅਮਰਦਾਸ ਸਾਹਿਬ ਜੀ ਉਚਾਰ ਰਹੇ ਹਨ, ਸੱਚਾ ਤਖਤ ਰਚਾਇਆ। ਸੱਚੇ ਪਰਮੇਸ਼ਰ ਨੇ ਸੰਸਾਰ ਰੂਪੀ ਤਖਤ ਰਚਾਉਣਾ ਬਣਾਉਣਾ ਕੀਤਾ ਹੈ। ਬਸਣ ਕੋ ਥਾਂ ਜਾਈ। ਉਹਨਾਂ ਆਪਣੇ ਜੀਵਾਂ ਦੇ ਬੈਠਣ ਨੂੰ 14 ਲੋਕਾਂ ਤ੍ਰਿਭੁਵਨਾਂ ਖੰਡਾਂ ਬ੍ਰਹਮੰਡਾਂ ਰੂਪੀ ਜਗ੍ਹਾ ਬਣਾਈ ਹੈ। ਇਸੇ ਪ੍ਰਕਾਰ ਸੱਚਾ ਤਖਤ ਰਚਾਇਆ। ਸੱਚੇ ਪਰਮੇਸ਼ਰ ਨੇ ਮੇਰੇ ਖੱਬੇ ਹੱਥ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਿਰਾਜਣ ਵਾਲਾ ਪ੍ਰਕਾਸ਼ ਵਾਲਾ ਇਹ ਸੱਚਾ ਤਖਤ ਰਚਾਇਆ ਹੈ। ਤਖਤ ਰਾਜਾ ਸੋਭ ਹੈ, ਇਹ ਤਖਤ ਲਾਇਕ ਹੋਈ। ਇਹ ਤਖਤ ਦਾ ਰਾਜਾ ਹੈ, 10 ਪਾਤਸ਼ਾਹੀਆਂ ਦੀ ਜੋਤ ਹੈ। ਇਹ ਸੱਚੇ ਪਰਮੇਸ਼ਰ ਨੇ ਖੁਦ ਆਪ ਰਚਾਇਆ ਹੋਇਆ ਹੈ। ਮੈਨੂੰ ਯਾਦ ਹੈ ਭਈ ਇੱਕ ਬਹਾਦਰਪੁਰ ਨਗਰ ਹੈ, ਬਹਾਦਰਪੁਰ।
अज तो 17-18 साल पहलों की गल होगी। हुण भी मैं जाके स्पैशल उत्थे मत्था टेक के आया, दर्शन करके आया। गुरुद्वारा साहिब दे गुरुद्वारा नवा ही बनया सी, तैयारी अजे होनी सी ते थड़ा साहिब गुरु ग्रंथ साहिब जी वास्ते अजे पलस्तर ही होया सी, टैल टू लगनी सीगी। किसी महापुरख दा दीवान लगाउणा सीगा संतां दे श्रद्धालुआं ने, ते उन्हां श्रद्धालुआं दी ठीक श्रद्धा सीगी। श्रद्धा होनी भी चाहिदी है, क्योंकि संत कीर्तन बड़ा सोहना करदे, पर श्रद्धा हदों वध भी माड़ी हुंदी है। उन्होंने जिद की भी जिथे थड़ा है ये ते संत बैठ के कीर्तन करनगे। वो इन्ना लड़ाई झगड़ा होया जी, मैं तो खफे हो गया। भज्जन नूं राह न लभे, बोल तां बैठे ਸਿੰਘਾਂ ਦੇ आखे। बड़ी मुश्किल काम वाल आया, वो पुलिस तक नौबत पहुँचण वाली। सिर्फ एको ही गल भी जिहड़ा थड़ा श्री गुरु ग्रंथ साहिब लई बनिया, ये तख्त उन्हां दा है। बंदा संत है, ब्रह्म ज्ञानी है, कीर्तनिया है, पर भगवान दा नहीं है। गुरु ग्रंथ साहिब तां गुरु ग्रंथ साहिब ही ने। तो इस वास्ते पुंजे बह के कीर्तन करन, चादर विछा देन, वध तो वध कोई तख्त पोश ला देन, पर जिहड़ा थड़ा अजे गुरु ग्रंथ साहिब प्रकाश होया ही नहीं, जिन्हां लई बनिया है, ते बंदा पुछण वाला होए भी आपां कौन उत्थे चौंकड़ा मारन वाले। बई बनिया तां महाराज वास्ते है। तुसीं दसो इहदा जवाब दिओ, मैं सही हाँ कि गलत हाँ? फिर हथ जोड़ के मसां ही छुटे, बड़ी मुश्किल पै गई। हुण उत्थे आलीशान सुंदर गुरुद्वारा बनिया होया। ये जिहड़ा नगर है बहादुरपुर चीमे पिंड दे बिल्कुल नाल है। बाबे अतर सिंह मस्तूआणी वालियां दा भी उत्थे संबंध है कुछ। सो कहण तो भाव ये है भी ये जिहड़ा तख्त है श्री गुरु ग्रंथ साहिब जी का है। धन धन श्री गुरु अर्जन देव जी महाराज, जिन्हां ने खुद आप सचखंड हरमंदर साहिब बनाया ते गुरता गद्दी दे मालक सीगे। गुरु महाराज उन्ना चिर तां चौंकड़ा मार के अंदर बैठते रहे जिन्ना चिर गुरु ग्रंथ साहिब का प्रकाश नहीं होया। पर जिस दिन तो 1661 संमत बिकरवी नूं श्री गुरु ग्रंथ साहिब जी का पावन प्रकाश किया, गुरु साहिब खुद आप ग्रंथी नहीं लगे, बाबे बुढ़े नूं लाया। ये गुरु घर का सेवादार है, इहदी गद्दी इहदी है। आप पासे लंबे हो गए। गुरु ग्रंथ साहिब नूं बनाउण वाले गुरु अर्जन साहिब, बाणी उचारण वाले गुरु अर्जन साहिब, हरमंदर साहिब की रचना करने वाले गुरु अर्जन साहिब, पर लंबे हो गए भी मना तू गुरु ग्रंथ साहिब के बराबर नहीं बहना। लोका मत्था टेकना, किसी की समझ ये ना हो भी आप गुरु अर्जन साहिब नूं मत्था टेक रहे हैं। आप ही उत्थे बह के चौर कर सकते सी, नहीं हजूरी च नहीं बैठे, लांबे हो गए। रागियां दी पिठ पिछे बैठे, रागियां नूं आप दे अगे बिठाया, क्योंकि बाणी का कीर्तन जो करना सुनाना। मंदिर भाग जुगत सिव रहता है। ये पट्टा ने सवैयां दे विच फरमान किया कि हरमंदिर साहिब दे भाग एक हिस्से विच जुगत जुड़ के कीर्तन दे विच रागियां दे पिछे हो के गुरु साहिब गुरु अर्जन साहिब जी रहिंदे। वध तो वध एक नहीं, दो नहीं, 3 शब्द सुनते बस। ज़्यादा टाइम हरमंदिर साहिब के अंदर नहीं रहिंदे। उस दिन तो महाराज ने हरमंदिर साहिब के अंदर चौंकड़ा मारना, मार के पूजा करवानी, मत्था टिकाना बंद कर दिता। ये जिहड़ा तख्त है ये श्री गुरु ग्रंथ साहिब जी का है। रागियां दे मगर संगत बैठ के आम सिखां वांग 2-4 शब्द सुन के बाहर आ जाते। तो मंजी साहब आप दा वखरा गुरु साहब ने थड़ा बनाया, उत्थे बैठ के संगतां नूं उपदेश दिया करते सन।
अज भी मंजी साहब दीवान हाल विखे उत्थे गुरु साहब की पालकी बनी हुई है, उत्थे ही कथा हुंदी है। ते साध संगत जीओ, जे श्री गुरु हरगोबिंद साहब जी गुरता गद्दी के मालक बने, वो भी अंदर नहीं बैठे। उन्होंने गुरु ग्रंथ साहब जी नूं मत्था टेकना, पहला आपदा अमृत वेले उठना, उठ के इशनान करना, ते श्री जपजी साहब जी का जबानी पाठ करना, श्री सुखमनी साहब जी का जबानी पाठ करना, दो बाणियां का जबानी नितनेम करके रब रब कर दिया हरमंदिर साहब आके मत्था टेकना। इन्ने चिर नूं आ टाइम आ जाना 6 बजे अज आसा दी वार दा भोग पै गया हरमंदिर साहब। ते जदों दिन चढ़ना तो गुरु साहब ने आप दा वखरा साध संगत जी थड़ा साहब बनाया, ਉਹਦਾ नाम रखिया श्री अकाल तख्त साहिब। ते उत्थे बैठ के गुरु महाराज संगतां नूं दर्शन दिंदे ते संगतां नूं उपदेश दिया करदे सन। सचखंड श्री हरमंदिर साहिब गुरु ग्रंथ साहिब जी की हजूरी विच बैठ के अकाल तख्त के दर्शन नहीं हुंदे, ते पर अकाल तख्त तो साध संगत जीओ गुरु साहब के दर्शन हुंदे हन। इंज गुरु महाराज साहब ने रचना रची। तो अज भी ये मर्यादा है, भावें श्री गुरु ग्रंथ साहब जी सुखासन हो के आपदे निज स्थान श्री अकाल तख्त साहब के अंदर जिहड़ा कोठा साहब है उहदे विच विराजमान हो जाते, ते अंदर भावें सुंजा हो जाता, खाली हो जाता, पर जिथे गुरु साहब का प्रकाश वाला स्थान है उत्थे आपां पैर भी नहीं रखते। धवाई सेवा करदियां होइयां पासे होके लंघी दा, दूरों ही पानी बाल्टी मारी दी है, दूरों ही साफ करी दा, गोडे ला के सिंह सेवादार उत्थे तौलियां मारदे ने, इत्थे महाराज दा तख्त है। तो इंज ये साध संगत रूपी गुरु ग्रंथ साहब जी का तख्त रचाया है। बैसन कौं जाई संगत विच बैठन वास्ते पहली भूमिका, दूजी भूमिका, तीजी भूमिका आदि जगह बनाइया हुई ने। जा वेखो आ कितनी सोहनी जगह गुरुद्वारे की बनी हुई है। ये वाहिगुरु की कृपा ही है, वही दात है भी महाराज ने साडे वास्ते बैठन लई कितनी सोहनी जगह बनाई है। जिन्नियां संगतां हुंदियां ने इलाके के हिसाब नाल गिणती हुंदी है, उन्नी क जगह बना दी जाती है। इंज जे संगत वध जाए फिर बाहर बरांडा बना दिता जाता। श्री गुरु ग्रंथ साहब सच्चे पातशाह जी दे अपने वास्ते तो एक बैडरूम सुखासन वाला स्थान ही बहुत है। जिहड़े 3 बैडरूम के बहुते स्वरूप ने वो साडे घरां 'च दर्शन देने वास्ते महाराज लई तां एडा तख्त ठीक है। तो बाकी जिन्ना भी प्रोविजन बनाई है, किन्नी वेखो जगह 4 चफेरे, ये साडे वास्ते है। ये गुरु साहब की कृपा। जिन्ना वड्डा टब्बर होवे उन्ना वड्डा घर बनाउणा पैंदा, उन्नी पैली जमीन खरीदनी पैंदी है। पुत्त जो बहुते होए जायदाद भी उन्नी चाहिदी है। इस प्रकार सच्चा तख्त रचाया जिहड़ा श्री अकाल तख्त साहब है, ये सच्चे श्री गुरु हरगोबिंद साहब ने आप रचाया है। जिस वक्त जून 84 का भाना वापरिया तो अकाल तख्त ढह ढेरी हो गया। बाद विच सरकार ने अपनी निगरानी उसकी उसारी करवाई, जो संगत नूं प्रवान नहीं हुई। तो महापुरखा ने मिल के वो सरकारी बनाई इमारत नूं आपदे हथीं वधा दिता। आख्या भी ये इमारत सरकारी पैसे नाल सरकारी निगरानी च बनी है, ये सानू प्रवान नहीं है। बाबा ठाकुर सिंह साहब जी 80 साल के बजुर्ग बाबे, उन्होंने जकारा छड्डिया, कहंदे आओ साध संगत जी आपां आप बनाउंदे आ। सन 1991 की गल है, मेरे वेखण दीयां बातां ने सारे महापुरखां नूं इकट्ठे कीता। बाबे जगतार सो तरनताਰਨ वाले नूं, दिल्ली वाले बाबियां नूं,
पूरी वाले बाबे सारिਆਂ ਨੂੰ ਇਕੱਠੇ ਕਰਕੇ आख्या ਉਹ संगत जी अरदास करो भी आपदे हथी आपदी दसां दी किरत नाल इमारत तैयार करनी है। अरदासा सुधिया जिस वक्त बिल्डिंग तां वधा दिती ते जदों थड़े ते गिनती मारी ते महापुरख आप खलो गए, कहंदे थड़ा गुरु हरगोबिंद साहब जी ने बनाया है, खुद आप बनाया आपदे हथी, कोई मिस्त्री नहीं लाया। बाबा बुढ़ा साहब उन्होंने इट्टां फड़ाइया ने ते भाई गुरदास साहब ने गारा बनाया है, तिन्ना ने ये तख्त रचाया है। श्री अकाल तख्त साहब जिहड़ा हेठां थड़ा है ये गुरु हरगोबिंद साहब जी की आपदे हथी बनाई हुई यादगार है। ये ओंकार सेवा के नाम से निशानियां नहीं मिटनियां चाहिए, पुरातन निशानियां नूं सामभ के रखना चाहिए। वो महापुरखा ने थड़ा साहब सांभिया होया, ये गुरु साहब के आपदे हथी बनाया होया। इं सच्चे परमेश्वर ने जे कहिए भी अकाल तख्त की है जी, अजकल बहुते लोग रौला पाउंदे ने, ये राजनीतिक बंदियां ने। साध संगत जी जो चाहया सो करके विखा दिता, साडियां निगाह दे विचों श्री अकाल तख्त की मर्यादा नूं डेग दिता, उत्थों दे सेवादारां नूं निगाह चों डेग दिता, कोई सत्कार दे नाल बोलदा तक नहीं। इंज उन्हां नीतिवान पुरखां दी नीति है जो कि बिल्कुल गलत है। ये जिहड़ा तख्त है श्री अकाल तख्त साहब ते गुरु हरगोबिंद साहब जी का खुद अपना है, ते जिन्ने ते कृपा हुंदी है उत्थे सेवादार लगता है, किसी बंदे का बनाया होया नहीं। महाराज की मर्जी तो बगैर तो कहते पता भी नहीं हिलदा, एडी वड्डी सेवा मिलनी ते इंसान दे वस की बात नहीं, ये तो वाहिगुरू की कृपा नाल ही है। तो उत्थों की मर्यादा है कि 5 प्यारे साहबान जिथे भी तख्त है, सिखी दे 5 तख्त ने, तख्त श्री अकाल तख्त साहब अमृतसर, तख्त श्री हरमंदिर जी पटना साहब, तख्त श्री केसगढ़ साहब आनंदपुर साहब, तख्त श्री दमदमा साहब बठिंडा, ते श्री अबचल नगर तख्त सचखंड श्री हजूर साहब नंदेड़ शहर दे विच। इन्हां 5 तख्तां दी मर्यादा है कि इन्हां दे शस्त्र सुभाईमान हुंदे ने। गुरु साहब दे अपनी जगह ते केवल शस्त्र सजाए जाते हैं, तो गुरु ग्रंथ साहब का प्रकाश भी हेठां हुंदा, उत्थे ग्रंथी सिंह बैठदा चौर की सेवा करदा, ते 5 प्यारे साहबान हर वक्त हाजिर हुंदे ने। जदों भी कोई चले जाए उदों अमर संचार हुंदा, 5 तो वध जद प्राणी इकट्ठे हो जान हर वक्त 5 प्यारे हाजिर। ते इंज वो तख्त के उपर शस्त्रां नूं सत्कार सहित विराजिया होया, विराजमान किया होया। तो तख्त गुरु साहब की याद दे विच ने, वो जगह महाराज सच्चे पातशाह की अपनी है। बैसन कौं जाई अते संगत विच बैठण वास्ते महाराज ने खुली जगह बनाई हुई है। गुरुद्वारा साहब तैयार किए हुए ने इस प्रकार। सच्चा तख्त रचाया जिन्हां दा सच्चे परमेश्वर ने अंतःकरण रूपी तख्त शुभ गुणा दे सहित रचा दिता, बना दिता है। सन कौं जाई उन्हां नूं बैठण वास्ते त्वंग पद लाखरत ते तत्पद लाखरत रूप जगह प्राप्त हुई है। सब कुछ आपे आप है, सब कुछ परमेश्वर आप ही आप है। आप गुर शब्द सुनाई यही पूरे गुरा ने उपदेश श्रवण कराया कि सब कुछ असपद रूप ही है। आपे कुदरत साजिया ना परमेश्वर ने आप ही कुदरत शक्ति द्वारा सृष्टि नूं साजना कीता, रचना कीता है। घर महल सज सराई अते जड़ियां सरावां बनाउणा कीतियां, महल बनाए ने। श्री गुरु रामदास साहब सराम बड़ी पुरातन बनी हुई है। तुहाडे नज़दीक गुरुद्वारा अंब साहब है, इत्थे भाई कूरम जी निवास बनाया हुआ है। जिथे गुरुद्वारा है उत्थे संगतां दी सहूलत वास्ते सरावां भी बनाईयां ने
क्योंकि दूर दरेडिਆਂ तो काबल कंधार आदि तो संगतां आउंदियां ते रिहाइश का प्रबंध गुरु साहब वालों हुंदा। इहो महाराज ने आप ही प्रतख महल हरमंदर साहब अंब साहब आदि बनाए ने ते आप ही सरावां बनाउणा कीतियां ने। नाभा साहब की एक मैं स्टोरी पढ़ी, एक कोई हिंदू जेंटलमैन ट्रेनिंग ते आया, ਉਹਦੇ पैसे मुक गए, होटल वाले ने जवाब दे दिता, ट्रेनिंग पता नहीं लंबी चल गई या पेंडिंग पै गया। वो नौकरी वास्ते बेचारा आया सी हिंदू, किसी ने पूछया भी गल इस तरह बन गई भी पैसे पूसे है नहीं तो नौकरी लिए मैं आया हाँ, चंडीगढ़ शहर च मेरे वर्गा तो रह नहीं सकता, खलोना बहना औखा है, पैसे तो बगैर तो कोई गल नहीं करता भी हुण की करिए। वो किसी प्रेमी ने दसिया गुरसिख ने भी इतों बार बार निकल जा, तो गुरुद्वारा नाडा साहब है 10वें पातशाह का स्थान, उत्थे तेनों फ्री रख लैणगे। उन्हें दसिया भी मैं उत्थे आया, नाले तो प्रशादा छकिया, मन बड़ा खुश होया, मत्था टेकिया, पखे थले बैठा, कोई किराया नहीं। मैं वेख्या भी एयरपोर्ट से घंटा 2 घंटे कितने बहना वेटिंग रूम है, वो टिकट है, हुण पता नहीं कितनी हो गई होगी, बैठने की टिकट है, इत्थे टिकट कोई नहीं, बहन खलोण दी कोई एंट्री फीस नहीं, किसी ने पूछना नहीं भी किधरों आए हो, चौंकड़ा मारू रब का नाम लो। फिर बेनती की भी इंज इंज गल है, उन्होंने कमरा दिता गया, वो अफसर लग गया जी, तो फिर वो दर्शन करने वास्ते स्पैशल आया और उन्हें आपकी इंटरव्यू दी चैनल के उपर, जो मैं वही गल तो वो मूँह तो सुनी है, कहता भी धन है गुरु ते धन है गुरु की सिक्खी, जिथे आए गए नूं रोटी मिलती है फ्री दे विच ते रहन की जगह मिलती है। तो ये महाराज सच्चे पातशाह की आप की कृपा है। कर महल सराई नाले तो महल बनाए ने दर्शन मेलिया वास्ते, पूजा पाठ वास्ते, नाले सरावां बना दित्तियां कि जे थकावट हो गई जां किते जा नहीं पाए तो सरां दे विच आप दा निवास करो। इसे प्रकार कार महल सराई वैकुंठ रूपी महल ते स्वर्ग ब्रह्म लोकादिक सरावां दी तरह बनाउणा कीते हन। इस प्रकार कार महल सराई मनुखा जन्म रूपी महल ते बाकी जूना सरावां दी तरह बनाउणा कीतियां ने। इस प्रकार आपे कुदरत साजियां जिन्हां दे चित नूं परमेश्वर ने आप अपनी भक्ति रूप शक्ति दे के ब्रह्म ज्ञान के सहित सजा दिता है। कुदरत अर्थ शक्ति है, शक्ति भगती हुई है। कार महल सराई उन्हां दा शुद्ध अंतःकरण रूपी महल बना दिता है अते अंतःकरण दे अंदर दैवी गुणा रूपी सरावां बनाउणा कीतियां ने। इस प्रकार आपे कुदरत साजियां परमेश्वर ने अपनी कुदरत द्वारा साध संगत रूपी महल नूं सजाउणा कीता है। कार महल सराई हर सरावां दी तरह सारा संसार जगियासुआं दे शरीर बनाए ने। इस प्रकार आपे कुदरत साजियां जिन्हां दे हिरदे च परमेश्वर ने अपनी कुदरत द्वारा ज्ञान नूं सजाउणा कीता है। कार महल सराई उन्हां ने संसार नूं सराह मुसाफर खाने की तरह समझिया अते स्वरूप रूपी महल की प्राप्ति कर लई है। चांद सूरज दोए चानणे चंद्रमा अते सूरज दो प्रकाश वास्ते एक दीवे बनाए ने। दोए दीवे 14 हटन वाले ये चानने बनाए हन। पूरी बनत बनाई यो संसार दी पूरी बनावट सजावट बनाउणा कीती है। इस प्रकार चांद सूरज दोए चानणे
ਚੰਦਰਮਾ ਸੂਰਜ ਭਾਵ ਸੱਜਾ ਤੇ ਖੱਬਾ ਦੋਵੇਂ ਨੇਤਰ ਚਾਨਣ ਵਾਲੇ ਵੇਖਣ ਵਾਸਤੇ ਬਣਾਉਣਾ ਕੀਤੇ ਹਨ। ਪੂਰੀ ਬਣਤ ਬਣਾਈ ਇਕੱਲੇ ਨੇਤਰ ਹੀ ਨਹੀਂ ਬਣਾਏ, ਹੱਥਾਂ ਤੇ ਇੰਦਰੀਆਂ ਦੇ ਸਮੇਤ ਪੂਰੇ ਸਰੀਰ ਦੀ ਬਣਾਵਟ ਬਣਾਉਣਾ ਕੀਤੀ ਹੈ। ਇਸੇ ਪ੍ਰਕਾਰ ਚੰਦ ਸੂਰਜ ਦੋਏ ਚਾਨਣੇ ਚੰਦਰਮਾ ਦੀ ਤਰ੍ਹਾਂ ਹੈ ਵੈਰਾਗ ਤੇ ਸੂਰਜ ਦੀ ਤਰ੍ਹਾਂ ਹੈ ਵਿਵੇਕ। ਇਹ ਵੈਰਾਗ ਤੇ ਵਿਵੇਕ ਰੂਪ ਹੈ। ਦੋ ਦੀਵੇ ਗਿਆਨ ਦੇ ਚਾਨਣੇ ਪ੍ਰਕਾਸ਼ ਕਰਨ ਵਾਸਤੇ ਬਣਾਏ ਨੇ। ਪੂਰੀ ਬਣਤ ਬਣਾਈ ਇੰਜ ਪੂਰੀ ਬ੍ਰਹਮ ਵਿਦਿਆ ਦੀ ਬਣਾਵਟ ਬਣਾਈ ਹੈ। ਇਸੇ ਪ੍ਰਕਾਰ ਚੰਦ ਸੂਰਜ ਦੋਏ ਚਾਨਣੇ ਇਹਨਾਂ ਨੇ ਪ੍ਰੋਹ ਗਿਆਨ ਰੂਪੀ ਚੰਦਰਮਾ ਅਤੇ ਅਪਰੋਹ ਗਿਆਨ ਰੂਪੀ ਸੂਰਜ ਇਹ ਦੋ ਆਤਮਕ ਸਵੈ ਸਰੂਪ ਦਾ ਪ੍ਰਕਾਸ਼ ਕਰਨ ਵਾਸਤੇ ਬਣਾਏ ਹਨ। ਪੂਰੀ ਬਣਤ ਬਣਾਈ ਉਹਨਾਂ ਨੇ ਪੂਰਨ ਤੁਰੀਆ ਪਦ ਦੀ ਪ੍ਰਾਪਤੀ ਦੀ ਸੋਹਣੀ ਬਣਾਵਟ ਬਣਾਈ ਹੈ। ਆਪੇ ਵੇਖੈ ਸੁਣੀ ਆਪ ਜੋ ਪਰਮੇਸ਼ਰ ਆਪ ਹੀ ਸਾਰਿਆਂ ਦੇ ਕਰਤੱਵਾਂ ਨੂੰ ਵੇਖਣ ਵਾਲਾ ਤੇ ਆਪ ਹੀ ਸਭਨਾਂ ਦੀਆਂ ਗੁਪਤ ਗੱਲਾਂ ਨੂੰ ਸੁਣਨ ਵਾਲਾ ਹੈ। ਗੁਰ ਸ਼ਬਦ ਤੇ ਆਈ ਉਸ ਨੂੰ ਗੁਰੂ ਉਪਦੇਸ਼ ਦੁਆਰਾ ਧਿਆਉਣਾ ਕਰੀਦਾ। ਇਸੇ ਪ੍ਰਕਾਰ ਆਪੇ ਵੇਖੈ ਸੁਣੀ ਆਪ ਪਰਮੇਸ਼ਰ ਆਪ ਹੀ ਤਤ ਬੇਤਾ ਹੋ ਕੇ ਵੇਖਦਾ, ਆਪ ਹੀ ਅਧਿਕਾਰੀ ਹੋ ਕੇ ਉਪਦੇਸ਼ ਨੂੰ ਸੁਣਦਾ ਹੈ। ਗੁਰ ਸ਼ਬਦ ਤੇ ਆਈ ਜਿਹੜੇ ਗੁਰੂ ਉਪਦੇਸ਼ ਦੁਆਰਾ ਉਸ ਨੂੰ ਧਿਆਉਂਦੇ ਨੇ ਉਹਨਾਂ ਨੂੰ ਸਾਰਿਆਂ 'ਚ ਵਿਆਪਕ ਪਰਮੇਸ਼ਰ ਆਪਣਾ ਆਪ ਰੂਪ ਦਿਸਾਉਂਦਾ ਹੈ। ਅਤੇ ਵਾਹ ਵਾਹ ਸੱਚੇ ਪਾਤਸ਼ਾਹ। ਆ ਧਿਆਨ ਨਾਲ ਸੁਣਿਓ, ਆ ਪੰਕਤੀ ਜਿਹੜੀ ਹੈ ਸਾਧ ਸੰਗਤ ਜੀ ਉਸ ਸੰਪਰਦਾ ਦੇ ਵਿੱਚ ਬੜੀ ਅਹਿਮੀਅਤ ਰੱਖਦੀ ਹੈ। ਉਹ ਗੁਰਮੁਖ ਜਨ ਇਹੀ ਜਪਦੇ ਰਹਿੰਦੇ ਨੇ ਕਿ ਹੇ ਸੱਚੇ ਪਾਤਸ਼ਾਹ ਵਾਹੋ ਵਾਹੋ ਤੂੰ ਅਚਰਜ ਸਰੂਪ ਹੈ ਤੇ ਵਿਸਮਾਦ ਰੂਪ ਹੈ। ਤੂੰ ਸੱਚੀ ਨਾਈ ਔਰ ਤੂੰ ਸੱਚੀ ਮਹਿਮਾ ਵਾਲਾ ਹੈ। ਰਹਾਉ ਸਤਿਗੁਰੂ ਮਹਾਰਾਜ ਕਹਿੰਦੇ ਠਹਿਰ ਜਾਓ, ਰੁਕੋ ਜਾਂ ਚੁੱਪ ਕਰ ਜਾਈਏ। ਫਿਰ ਕੁਝ ਕੁ ਧਿਆਨ ਇਕਾਗਰ ਹੁੰਦਾ ਵੀ ਬੰਦਾ ਚੁੱਪ ਕਿਉਂ ਕਰ ਗਿਆ, ਠਹਿਰ ਕਿਉਂ ਗਿਆ, ਇੱਕਦਮ ਭੱਜਾ ਜਾਂਦਾ ਸੀਗਾ, ਰੁਕ ਕਿਉਂ ਗਿਆ, ਬ੍ਰੇਕ ਕਿਉਂ ਲੱਗ ਗਈ, ਆਸੇ ਪਾਸੇ ਵੇਖੀਦਾ। ਇਹ ਰਹਾਉ ਦਾ ਮਤਲਬ ਇਹ ਹੈ ਵੀ ਧਿਆਨ ਇਕਾਗਰ ਕਰੋ ਭਾਈ, ਕੁਝ ਮਿੰਟ ਆਪਾਂ ਇੱਥੇ ਰੁਕਣਾ ਹੈ, ਉਹ ਤੋਂ ਬਾਅਦ ਇੱਥੇ ਹੀ ਸਮਾਪਤੀ ਕਰ ਦੇਣੀ ਹੈ। ਇਹ ਜੋ ਪੰਕਤੀ ਹੈ ਇਹ ਰਹਾਉ ਵਾਲੀ ਇਕੱਲੀ ਇਸੇ ਵਾਰ ਵਿੱਚ ਹੀ ਹੈ। 22 ਵਾਰਾਂ ਦੇ ਵਿੱਚੋਂ ਕਿਸੇ ਵਾਰ ਦੇ ਵਿੱਚ ਰਹਾਉ ਨਹੀਂ ਆਉਂਦਾ, ਨਾ ਤਾਂ ਸ਼ਲੋਕ 'ਚ, ਨਾ ਮਹੱਲੇ 'ਚ, ਨਾ ਪੌੜੀ 'ਚ। ਮਸਲਾ ਇੰਝ ਹੈ ਵੀ ਜਿਹੜੀ ਵਾਰ ਦੀ ਧੁਨੀ ਗੁਰੂ ਹਰਗੋਬਿੰਦ ਸਾਹਿਬ ਨੇ ਚੜ੍ਹਾਈ ਹੈ ਜੋਧਾ ਵੀਰੈ ਪੂਰਬਾਣੀ ਦੀ ਧੁਨੀ, ਉਹ ਪੌੜੀ ਦੀਆਂ ਸੀ 6 ਪੰਕਤੀਆਂ। ਤੇ ਇਹ ਜਿੰਨੀ ਰਾਮਕਲੀ ਦੀ ਵਾਰ ਦੀ ਪੌੜੀ ਦੀਆਂ ਪੰਕਤੀਆਂ ਨੇ ਆ ਤਾਂ ਪਹਿਲੀ ਪੌੜੀ ਹੈ। ਇਹਦੇ ਤੋਂ ਇਲਾਵਾ ਜਿੰਨੀਆਂ ਪੌੜੀਆਂ ਨੇ ਸਭਨਾਂ ਦੀਆਂ 5-5 ਪੰਕਤੀਆਂ ਨੇ। ਇੱਥੇ ਵੀ 5ਵੀਂ ਪੰਕਤੀ ਤੇ ਆਪੇ ਵੇਖਿਆ ਸੁਣੇ ਆਪ ਗੁਰ ਸ਼ਬਦ ਧਿਆਈ ਤੇ ਏਕਾ ਹੈ। ਇਹ ਰਹਾਉ ਵਾਲੀ ਪੰਕਤੀ ਸ਼ਾਇਦ ਗੁਰੂ ਅਰਜਨ ਸਾਹਿਬ ਨੂੰ ਪਹਿਲਾਂ ਹੀ ਪਤਾ ਸੀਗਾ ਵੀ ਇਹਦੇ ਤੇ ਧੁਨੀ ਗੁਰੂ ਹਰਗੋਬਿੰਦ ਸਾਹਿਬ ਨੇ ਚੜਾਉਣੀ, ਉਹਨਾਂ ਪਹਿਲਾਂ ਹੀ ਲਿਖ ਦਿੱਤੀ ਰਹਾਉ ਵਾਲੀ ਪੰਕਤੀ। ਇਹ ਗੁਰੂ ਸਾਹਿਬ ਦਾ ਆਪ ਦਾ ਕੌਤਕ ਹੈ। ਤੇ ਗੁਰੂ ਹਰਗੋਬਿੰਦ ਸਾਹਿਬ ਦੇ ਆਪ ਦੇ ਕੋਲੋਂ ਕੁਝ ਨਹੀਂ ਲਾਇਆ, ਧੁਨੀ ਜੋ ਚੜਾਈ ਹੈ ਤੇ ਧੁਨੀ ਦੀਆਂ ਮਾਤਰਾਵਾਂ ਹੁੰਦੀਆਂ ਨੇ। तो महाराज ने आख्या भी ये 5-5 पंक्तियां ने ते जड़ी धुनी चढ़ाई है जोधा वीर है पुरबाणी दी वार दी ओदियां 6-6 पंक्तियां ने रागियां ढाडियां नूं इत्थों तक भी जिन्ना पाठ करना बहुते पाठ तो चलते नहीं सी। सारे नूं हुक्म करता महाराज ने भी जद वे वार पढ़नी जां गाउणी है आ जिहड़ी रहाओ वाली पंक्ति है जिवें रागी बार बार विश्राम दिंदे ने सथाई पढ़दे ये पंक्ति बार बार पढ़नी है। सिख मिशनरी कॉलेज तो बड़े गुरमुख इस गल की विरोधता करते हैं, साड़ी इस गल नाल सहमत नहीं हैं। कई पाठी सिंह ये पंक्ति नूं नहीं पढ़ते
तो ਜਿਹੜੇ ਸੰਪਰਦਾ ਤੋਂ ਪੜੇ ਹੋਏ ਨੇ ਉਹਨਾਂ ਨੂੰ ਇਹੀ ਬੇਨਤੀ ਕਰੀਦੀ ਹੈ ਕਿ ਗੁਰਮੁਖ ਪਿਆਰਿਓ, ਇਹ ਗੁਰੂ ਸਾਹਿਬ ਦਾ ਹੁਕਮ ਹੈ। ਭਾਈ ਗੁਰਦਾਸ ਸਾਹਿਬ ਜੀ ਦੇ ਰਾਹੀਂ ਧੁਨੀ ਲਿਖਾ ਕੇ ਇਹ ਮਹਾਰਾਜ ਨੇ ਜ਼ਬਾਨੀ ਹੁਕਮ ਕੀਤਾ ਹੈ ਕਿ ਇਹ ਬਾਰ-ਬਾਰ ਪੰਕਤੀ ਪੜ੍ਹਨੀ ਹੈ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੇ ਸ੍ਰੀ ਅਕਾਲ ਤਖਤ ਸਾਹਿਬ ਰਚਿਆ। ਜਦ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਦੇ ਵਿੱਚ 9 ਧੁਨਾਂ ਚਾੜੀਆਂ ਸਨ ਤੇ ਰਾਮਕਲੀ ਦੀ ਪਹਿਲੀ ਵਾਰ ਬਾਬਤ ਮਾਨ ਨੇ ਖੁਦ ਆਪ ਆਗਿਆ ਕੀਤੀ ਹੈ ਜ਼ਬਾਨੀ ਕਿ ਜੋ ਗੁਰੂ ਅਰਜਨ ਸਾਹਿਬ ਨੇ ਤੀਜੇ ਪਾਤਸ਼ਾਹ ਦੀ ਵਾਰ ਦੀਆਂ ਇਹ 5 ਤੁਕਾਂ ਵਾਲੀਆਂ ਪੌੜੀਆਂ ਲਿਖਾਈਆਂ ਜੋ ਗਿਣਤੀ ਦੀਆਂ 21 ਨੇ। ਇਸ ਵਾਰ ਦੀਆਂ 21 ਪੌੜੀਆਂ ਉਹਨਾਂ ਦੇ ਮਗਰੋਂ ਵਾਹੋ ਸੱਚੇ ਪਾਤਸ਼ਾਹ ਦੀ ਸੱਚੀ ਨਾਈ ਇਹ ਤੁਕ ਹਰ ਪੌੜੀ ਦੇ ਅਖੀਰ 'ਚ ਪੜ੍ਹਨੀ, ਭਾਵ 21 ਵਾਰ ਹੀ ਪੜ੍ਹਨੀ ਹੈ। ਧੁਨ ਵਾਲੀ ਵਾਰ ਦੀ ਪੌੜੀ ਦੀਆਂ 6 ਤੁਕਾਂ ਹੋ ਗਈਆਂ। ਇਸ ਕਰਕੇ ਗੁਰਾਂ ਨੇ ਇਹ ਤੁਕ ਪੜ੍ਹਨ ਦੀ ਆਗਿਆ ਦੇ ਕੇ 6 ਤੁਕੀ ਵਾਰ ਦੀ ਧੁਨ ਬਣਾਈ ਹੈ। ਇਸ ਗੱਲ ਨਾਲ ਕੌਣ ਕੌਣ ਸਹਿਮਤ ਨੇ? ਪਿਆਰ ਨਾਲ ਸੁਣੋ ਤੇ ਇਹਨੂੰ ਯਾਦ ਰੱਖਿਓ। ਗੁਰਬਿਲਾਸ ਦੇ ਵਿੱਚ ਭਾਈ ਮਨੀ ਸਿੰਘ ਸਾਹਿਬ ਜੀ ਨੇ ਵੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਧੁਨਾਂ ਚੜਾਉਣ ਵਾਲੇ ਅਧਿਆਇ ਦੇ ਵਿੱਚ ਇਹ ਬਚਨ ਲਿਖਿਆ। ਸਭ ਤੋਂ ਪਹਿਲਾਂ ਜਦੋਂ ਮੈਂ ਕੁਝ ਵੀ ਨਹੀਂ ਸੀ ਪੜ੍ਹਿਆ, ਉਹ ਗੁਰਬਿਲਾਸ ਪਾਤਸ਼ਾਹੀ 6ਵੀਂ 2 ਵਾਰੀ ਪੜ੍ਹਿਆ ਤੇ ਕਵਿਤਾ ਰੂਪ ਦੇ ਵਿੱਚ ਮਾਤਾ ਨੇ ਜਿੱਥੇ ਸਮਝਣਾ ਹੋਣੀ ਉੱਥੇ ਦੱਸੀ ਜਾਣਾ ਸਾਰਾ ਇਤਿਹਾਸ ਉਹਦੇ ਵਿੱਚ ਹੀ ਮੈਂ ਪੜ੍ਹਿਆ। ਭਾਈ ਗੁਰਦਾਸ ਸਾਹਿਬ ਜੀ ਦੇ ਪਾਸੋਂ ਇਹ ਧੁਨਾਂ ਲਿਖਵਾਈਆਂ ਤੇ ਆਗਿਆ ਕੀਤੀ। 2 ਨੰਬਰ ਤੇ ਟਕਸਾਲੀ ਗਿਆਨੀ ਚੰਦਾ ਸਿੰਘ ਦੇ ਪਰਿਆਏ ਉਹਨਾਂ ਵਿੱਚ ਸੰਤ ਗਿਆਨੀ ਅਮੀਰ ਸਿੰਘ ਜੀ ਅੰਮ੍ਰਿਤਸਰ ਸਾਹਿਬ ਵਾਲਿਆਂ ਨੇ ਸੰਤ ਗੋਬਿੰਦ ਦਾਸ ਦੇ ਪਰਿਆਏ ਤੇ ਟੀਕਾ ਫਰੀਦਕੋਟੀ ਦੇ ਵਿੱਚ ਵੀ ਇਹ ਤੁਕ ਪੜ੍ਹਨ ਦੀ ਗੁਰੂ ਸਾਹਿਬ ਵੱਲੋਂ ਆਗਿਆ ਦੱਸੀ ਹੈ। ਜਿਹੜਾ ਸੰਤ ਅਮੀਰ ਸਿੰਘ ਜੀ ਸੱਤੂ ਵਾਲੀ ਗਲੀ ਵਾਲਾ ਸਟੀਕ 10 ਪੋਥੀਆਂ ਵਾਲਾ ਉਹਦੇ 'ਚ ਸੰਤਾਂ ਨੇ ਇਹ ਸਪਸ਼ਟ ਕੀਤਾ ਕਿ ਗਿਆਨੀ ਚੰਦਾ ਸੋ ਦੇ ਪਰਿਆਏ ਦੇ ਵਿੱਚ ਵੀ ਲਿਖਿਆ ਹੋਇਆ ਇਹ ਬਚਨ ਤੇ ਗੋਬਿੰਦ ਦਾਸ ਦੇ ਪਰਿਆਏ ਵਿੱਚ ਵੀ ਲਿਖਿਆ ਤੇ ਫਰੀਦਕੋਟ ਵਾਲੇ ਟੀਕੇ ਦੇ ਵਿੱਚ ਵੀ ਇਹ ਬਚਨ ਲਿਖਿਆ। ਇਹ ਪੰਕਤੀ ਬਾਰ-ਬਾਰ ਪੜ੍ਹਨੀ ਹੈ। ਪਾਠੀ ਸਿੰਘਾਂ ਨੂੰ ਹਦਾਇਤ ਹੈ। ਡਾਕਟਰ ਭਾਈ ਸਾਹਿਬ ਭਾਈ ਵੀਰ ਸਿੰਘ ਜੀ PhD ਹੋਲਡਰ ਤੇ ਬ੍ਰਹਮ ਗਿਆਨੀ ਸੰਤ ਹੋਏ ਨੇ, ਅਭਿਆਸੀ ਗੁਰਮੁਖ ਪਿਆਰੇ ਟਕਸਾਲੀ। ਉਹਨਾਂ ਦੀ ਕਲਮ ਦੇ ਲਿਖੇ ਹੋਏ ਬਾਣੀ ਬਿਓਰੇ ਦੇ ਪੰਨੇ 87 ਤੇ ਵੀ ਇਹ ਤੁਕ ਪੜ੍ਹਨ ਦੀ ਗੁਰਾਂ ਵੱਲੋਂ ਆਗਿਆ ਦੱਸੀ ਹੈ। ਗਿਆਨੀ ਨਰੈਣ ਸਿੰਘ ਜੀ ਨੇ ਜੋ 22 ਵਾਰਾਂ ਦਾ ਸਟੀਕ ਲਿਖਿਆ ਹੈ ਉਹ ਵੀ ਮੈਂ ਪੜ੍ਹਿਆ। ਉਹਦੇ ਵਿੱਚ 535 ਅੰਗ ਤੇ ਲਿਖਿਆ ਹੈ ਕਿ ਤੁਕ ਜ਼ਰੂਰ ਪੜ੍ਹਨੀ ਚਾਹੀਦੀ ਹੈ। ਸ਼੍ਰੀਮਾਨ ਪੰਡਿਤ ਫਤਿਹ ਪ੍ਰਕਾਸ਼ ਜੀ ਨੇ ਵੀ ਪਰਿਆਵਾਂ ਵਾਲੀ ਪੁਸਤਕ ਦੇ 1105 ਸਫ਼ੇ 'ਤੇ ਲਿਖਿਆ ਹੈ ਕਿ ਤੁਕ ਪੜ੍ਹਨੀ ਚਾਹੀਦੀ ਹੈ। ਭਾਈ ਕਾਹਨ ਸਿੰਘ ਜੀ ਨਾਭਾ ਨੇ ਮਹਾਨ ਕੋਸ਼ ਦੇ ਵਿੱਚ ਰਹਾਉ ਪਦ ਉੱਪਰ ਇਸ ਪ੍ਰਕਾਰ ਲਿਖਿਆ ਹੈ ਕਿ ਰਾਮਗਲੀ ਦੀ ਪਹਿਲੀ ਵਾਰ ਦੀ ਪਹਿਲੀ ਪੌੜੀ ਦੇ ਅੰਤ ਰਹਾਉ ਸ਼ਬਦ ਆਇਆ ਹੈ, ਜਿਸ ਦਾ ਭਾਵ ਹੈ ਕਿ ਹਰੇਕ ਪੌੜੀ ਦੇ ਅੰਤ ਵਿੱਚ ਇਹ ਪਿਛਲੀ ਰਹਾਉ ਵਾਲੀ ਤੁਕ ਵਾਹ ਵਾਹ ਸੱਚੇ ਪਾਤਸ਼ਾਹ ਤੂੰ ਸੱਚੀ ਨਾਈ ਰਹਾਉ ਇਹ ਜੋੜ ਕੇ ਪਾਠ ਕਰੋ। ਅਰਥਾਤ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਕੁੱਲ 22 ਵਾਰਾਂ ਆਈਆਂ ਨੇ, ਜਿਨ੍ਹਾਂ 'ਚੋਂ 9 ਵਾਰਾਂ ਦੇ ਉੱਪਰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ 9 ਧੁਨਾਂ ਚਾੜੀਆਂ ਹਨ ਤੇ ਸਾਧ ਸੰਗਤ ਜੀਓ ਉਹਨਾਂ 9 ਵਾਰਾਂ ਵਿੱਚੋਂ ਤੀਸਰੇ ਪਾਤਸ਼ਾਹ ਜੀ ਦੀ ਇਸ ਵਾਰ ਵਿੱਚ ਪਹਿਲੀ ਪੌੜੀ ਦੀ ਅਖੀਰਲੀ ਤੁਕ ਵਾਹ ਵਾਹ ਸੱਚੇ ਪਾਤਸ਼ਾਹ ਤੂੰ ਸੱਚੀ ਨਾਈ ਤੋਂ ਬਾਅਦ ਹੀ ਰਹਾਉ ਪਦ ਆਇਆ। ਉਹ ਹਰੇਕ ਪੌੜੀ ਦੀ 6ਵੀਂ ਤੁਕ ਨੂੰ ਪੂਰਾ ਕਰਨ ਲਈ ਹੀ ਇਸ਼ਾਰਾ ਹੈ, ਕਿਉਂਕਿ ਰਹਾਉ ਦਾ ਅਰਥ ਹੀ ਅਸਥਾਈ ਹੈ। ਜਿਸ ਤੁਕ ਪਿੱਛੇ ਵੀ ਰਹਾਉ ਪਦ ਲਿਖਿਆ ਹੁੰਦਾ ਸੰਗੀਤਕਾਰ ਉਹਨੂੰ ਅਸਥਾਈ ਮੰਨ ਕੇ ਵਾਰ-ਵਾਰ ਪੜ੍ਹਦੇ ਤੇ ਵਾਰ-ਵਾਰ ਗਾਉਂਦੇ ਨੇ। ਇਸੇ ਭਾਵ ਨੂੰ ਮੁੱਖ ਰੱਖ ਕੇ ਅਤੇ ਤੁਕਾਂਤ ਪੂਰਾ ਕਰਨ ਵਾਸਤੇ ਸਾਨੂੰ ਇਹ ਤੁਕ ਪੜ੍ਹਨੀ ਚਾਹੀਦੀ ਹੈ। ਇਸ ਤੁਕ ਨੂੰ ਛੱਡ ਕੇ ਪੰਥ ਵਿਰੋਧੀ ਵਿਦਵਾਨਾਂ ਨੂੰ ਅਸੀਂ ਆਪਣੇ ਆਪ ਗੁਰੂ ਸਾਹਿਬ 'ਤੇ ਸ਼ੰਕਾ ਕਰਨ ਦਾ ਮੌਕਾ ਦੇ ਰਹੇ ਹਾਂ। ਕੱਲ੍ਹ ਨੂੰ ਕੋਈ ਵੀ ਵਿਦਵਾਨ ਉੱਠ ਕੇ ਕਹਿ ਸਕਦਾ ਕਿ ਇਸ ਵਾਰ ਦੀ ਧੁਨ ਲਿਖਣ ਵਾਲੇ ਗੁਰੂ ਸਾਹਿਬਾਨ ਨੂੰ ਇਹ ਗਿਆਨ ਹੀ ਨਹੀਂ ਸੀਗਾ ਕਿ ਇਸ ਵਾਰ ਦੀਆਂ ਪੌੜੀਆਂ 5 ਤੁਕੀਆਂ ਨੇ।
ਤੇ ਉਹਨਾਂ ਨੇ ਛੇ ਤੁਕੀ ਜੋਧਾ ਵੀਰ ਹੈ ਪੂਰਬਾਣੀ ਦੀ ਵਾਰ ਦਾ ਪ੍ਰਮਾਣ ਠੀਕ ਨਹੀਂ ਦਿੱਤਾ। ਇਸ ਲਈ ਸਾਨੂੰ ਗੁਰੂ ਸਾਹਿਬ ਜੀ ਦੇ ਸਤਿਕਾਰ ਨੂੰ ਮੁੱਖ ਰੱਖਦੇ ਹਾਂ ਤੇ ਉਪਰੋਕਤ ਦਲੀਲਾਂ ਨੂੰ ਸਵੀਕਾਰ ਕਰਦੇ ਹਾਂ। ਪੜ੍ਹਨ ਵਿੱਚ ਇਹ ਤੁਕ ਅਧੂਰੀ ਨਹੀਂ ਛੱਡਣੀ ਚਾਹੀਦੀ। ਹਰੇਕ ਪੌੜੀ ਦੇ ਮਗਰੋਂ ਇਹ ਪੰਕਤੀ ਲਾਜ਼ਮੀ ਪੜ੍ਹਨੀ ਚਾਹੀਦੀ ਹੈ। ਜਿਹੜੇ ਸੱਜਣ ਇਸ ਤੁਕ ਦਾ ਪਾਠ ਹਰੇਕ ਪੌੜੀ ਦੇ ਅਖੀਰ ਤੇ ਨਹੀਂ ਪੜ੍ਹਦੇ ਉਹ ਸਤਿਗੁਰਾਂ ਦੀ ਆਗਿਆ ਨਾ ਮੰਨਣ ਕਰਕੇ ਗੁਰੂ ਦੇ ਦੇਣਦਾਰ ਬਣ ਜਾਣਗੇ। ਜਿਹੜੇ ਕਾਨੂੰਨ ਦੇ ਵਾਕਫ ਹੋ ਕੇ ਵੀ ਗਲਤੀ ਕਰਦੇ ਨੇ। ਇੱਕ ਨੂੰ ਮੈਂ ਟੋਕਿਆ, ਉਹਨੇ ਪਤਾ ਕੀ ਜਵਾਬ ਦਿੱਤਾ, ਆਖੇ ਜੀ ਇੱਥੇ ਨਹੀਂ ਪੜ੍ਹਦੇ। ਬੰਦਾ ਪੁੱਛੇ ਵੀ ਤੂੰ ਇੱਥੇ ਉੱਥੇ ਨਾ ਕੀ ਮਤਲਬ ਕਰਨਾ, ਤੂੰ ਆਪਦੇ ਸਹੀ ਪੜ੍ਹ। ਪਤਾ ਵੀ ਹੈ ਤੇ ਜਾਣ ਕੇ ਪੜ੍ਹਨੀ ਨਹੀਂ। ਉਹ ਦੁਨੀ ਸਜ਼ਾ ਭੋਗਣ ਵਾਲੇ ਹੁੰਦੇ, ਜਿਹਨੂੰ ਨਹੀਂ ਪਤਾ ਉਹ ਤਾਂ ਗੱਲ ਵੱਖਰੀ ਹੈ। ਕਿਉਂਕਿ ਗੁਰੂ ਹਰਗੋਬਿੰਦ ਸਾਹਿਬ ਦੀ ਆਗਿਆ ਵੀ ਜਿਵੇਂ ਜੋਧੇ ਵੀਰੇ ਦੀ ਛੇ ਤੁਕੀ ਪੌੜੀ ਗਾਇਨ ਕੀਤੀ ਜਾਂਦੀ, ਉਸੇ ਤਰ੍ਹਾਂ ਇਸ ਰਾਮਕਲੀ ਰਾਗ ਪੌੜੀ ਦੀਆਂ ਛੇ ਤੁਕਾਂ ਵੀ ਗਾਇਨ ਕਰਨੀਆਂ ਚਾਹੀਦੀਆਂ ਨੇ। ਇਸ ਕਰਕੇ ਵਾਹ ਸੱਚੇ ਪਾਤਸ਼ਾਹ ਤੂੰ ਸੱਚੀ ਨਾਈ ਵਾਲੀ ਤੁਕ ਹੈ, ਇਸ ਵਾਰ ਵਿੱਚ ਹਰੇਕ ਪੌੜੀ ਤੋਂ ਬਾਅਦ ਪੜ੍ਹਨੀ ਲਾਜ਼ਮੀ ਹੈ, ਤਾਂ ਹੀ ਪੌੜੀ ਛੇ ਤੁਕਾਂ 'ਚ ਪੂਰੀ ਹੋਏਗੀ। ਜਿਹੜਾ ਵੀ ਸੱਜਣ ਇਸ ਤੁਕ ਨੂੰ ਹਰੇਕ ਪੌੜੀ ਨਾਲ ਪੜ੍ਹੇਗਾ ਉਹ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੇਗਾ। ਸਿੱਖ ਜਗਤ ਦੀਆਂ ਸਾਰੀਆਂ ਸੰਪਰਦਾਵਾਂ ਗੁਰੂ ਗੋਬਿੰਦ ਸਿੰਘ ਜੀ ਦੇ ਦਮਦਮਾ ਸਾਹਿਬ ਤੋਂ ਕੀਤੇ ਹੋਏ ਹੁਕਮ ਨੂੰ ਮੰਨਦੀਆਂ ਆ ਰਹੀਆਂ ਨੇ। ਸੰਪਰਦਾ ਦਮਦਮੀ ਟਕਸਾਲ ਇਹਦੇ ਤੇ ਪੂਰਾ ਪਹਿਰਾ ਦੇ ਰਹੀ ਹੈ। ਭਾਈ ਮਣੀ ਸਿੰਘ ਸੰਪਰਦਾ ਅੰਮ੍ਰਿਤਸਰ ਸਾਹਿਬ ਵਾਲੇ, ਨਿਹੰਗ ਸਿੰਘ ਸੰਪਰਦਾ, ਨਿਰਮਲ ਸੰਪਰਦਾ, ਉਦਾਸੀਨ ਸੰਪਰਦਾ ਇਤਿਆਦਿਕ ਸਮੁੱਚਾ ਪੰਥ ਹੀ ਇਸ ਗੱਲ ਨੂੰ ਪ੍ਰਮਾਣਿਤ ਕਰਦਾ ਹੋਇਆ ਇਹ ਤੁਕ ਪੜ੍ਹਦਾ ਆ ਰਿਹਾ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੋਂ ਸੀਨਾ ਬਸੀਨਾ ਚੱਲੀ ਆ ਰਹੀ ਦਮਦਮੀ ਟਕਸਾਲ 'ਚ ਵਿਦਿਆਰਥੀਆਂ ਨੂੰ ਸੰਥਿਆ ਸਮੇਂ ਵਿਸ਼ੇਸ਼ ਹਦਾਇਤ ਕਰਕੇ ਇਹ ਤੁਕ ਪੜ੍ਹਨ ਦੀ ਆਗਿਆ ਕੀਤੀ ਜਾਂਦੀ ਹੈ। ਇੰਨਾ ਸਮਾਂ ਇੱਥੇ ਆਪਦੇ ਚਰਨਾਂ 'ਚ ਹਾਜ਼ਰੀ ਲਵਾਉਣ ਦਾ ਮਤਲਬ ਹੀ ਇਹ ਹੈ ਕਿ ਤੁਸੀਂ ਸਾਡੀਆਂ ਗੱਲਾਂ ਨਾਲ ਸਹਿਮਤੀ ਪ੍ਰਗਟਾਉਂਦੇ ਹੋ। ਇਹ ਸੰਤਾਂ ਦਾ ਸਥਾਨ, ਸੰਤਾਂ ਦੇ ਪ੍ਰਭਾਵ ਹੇਠ ਸੰਗਤਾਂ ਸੇਵਾ ਕਰਦੀਆਂ, ਸਿਮਰਨ ਕਰਦੀਆਂ। ਜਿੰਨੀ ਮਰਜ਼ਾਦਾ ਹੈ ਗੁਰੂ ਸਾਹਿਬ ਦੇ ਹੁਕਮ ਮੁਤਾਬਕ ਸੰਪਰਦਾਈ ਚੱਲਦੀ ਹੈ। ਰਹਿਰਸ ਵੀ ਪੂਰੀ ਪੜ੍ਹੀ ਜਾਂਦੀ, ਝੋਲਾ ਪਾਉਣ ਤੋਂ ਵੀ ਸਾਨੂੰ ਕੋਈ ਨਹੀਂ ਰੋਕਦਾ। ਅਤੇ ਆਹ ਜਿੰਨੀਆਂ ਵਿਚਾਰਾਂ ਨੇ ਇਹਦੇ ਨਾਲ ਵੀ ਆਪ ਸਹਿਮਤ ਹੁੰਦੇ ਹੋ, ਕੋਈ ਟੋਕਾ ਟਕਾਈ ਵਾਲੀ ਬਾਤ ਹੀ ਨਹੀਂ। ਤੋ ਬਾਕੀ ਹੋਰਨਾਂ ਜਗ੍ਹਾ 'ਤੇ ਬੜੇ ਸਵਾਲ ਜਵਾਬ ਕਰਨੇ ਪੈਂਦੇ ਨੇ, ਤੋ ਇਸ ਲਈ ਇੱਥੇ ਦਿਲ ਲੱਗਣ ਦਾ ਇਹੀ ਮਤਲਬ ਹੈ। ਸੋ ਆਪ ਨੇ ਇਹ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਬਚਨ ਨੂੰ ਸਰਵਣ ਕੀਤਾ। ਧੰਨਵਾਦ। ਗੁਰੂ ਮਹਾਰਾਜ ਜੀ ਦੀ ਆਗਿਆ ਹੈ, ਆਓ ਪਿਆਰ ਨਾਲ ਫਿਰ ਸਰਵਣ ਕਰੋ ਜੀ। ਸਮਾਪਤੀ ਹੈ। ਆਪੇ ਵੇਖਾਂ ਸੁਣੇ ਆਪਾਂ ਗੁਰ ਸ਼ਬਦ ਧਿਆਈ। ਵਾਹ ਵਾਹ ਸੱਚੇ ਪਾਤਸ਼ਾਹ ਤੂੰ ਸੱਚੇ ਨਾਈ। ਵਾਹਿਗੁਰੂ ਜੀ ਕਾ ਖਾਲਸਾ